हाँ जी दोस्तों, स्वागत करते हैं ਤੁਹਾਡਾ ਸਾਡੇ ਇਸ ਟੀਚਿੰਗ ਲਰਨਿੰਗ ਪਲੇਟਫਾਰਮ ਦੇ ਉੱਪਰ। ਤਾਂ ਦੋਸਤੋ, ਪਹਿਲਾਂ ਵਾਲੀਆਂ ਵੀਡੀਓ ਤੁਸੀਂ ਸਾਡੀਆਂ ਸਾਰੀਆਂ ਦੇਖ ਹੀ ਚੁੱਕੇ ਹੋਵੋਗੇ। ਤਾਂ ਅਸੀਂ ਅੱਗੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਵੀ ਟੌਪਿਕ ਤੁਹਾਨੂੰ ਕਰਾਉਣੇ ਨੇ ਡਿਟੇਲ ਦੇ ਵਿੱਚ ਕਰਵਾਏ ਜਾਣ। ਤਾਂ ਬੇਸਿਕਲੀ ਜਿਹੜੇ ਟੌਪਿਕ ਸਟਾਰਟ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਹਿਊਮਨ ਬਾਡੀ ਤੋਂ, ਹਿਊਮਨ ਬਾਡੀ ਸਿਸਟਮਸ ਤੋਂ। ਤਾਂ ਜਿਹੜਾ ਅੱਜ ਪਹਿਲਾ ਟੌਪਿਕ ਲੈ ਕੇ ਆਇਆ ਇਹ ਬੜਾ ਇੱਕ ਇੰਪੋਰਟੈਂਟ ਟੌਪਿਕ ਹੋਣ ਵਾਲਾ ਹੈ। ਵੀਡੀਓ ਤੁਸੀਂ ਇਹ ਸਾਰੀ ਐਂਡ ਤੱਕ ਜ਼ਰੂਰ ਦੇਖਣੀ ਹੈ, ਕਿਉਂਕਿ ਜਿਹੜੇ ਅਸੀਂ ਅੱਜ ਦੋ ਚੀਜ਼ਾਂ ਪੜ੍ਹਨੀਆਂ ਨੇ, ਐਨਾਟਮੀ ਐਂਡ ਫਿਜ਼ੀਓਲੋਜੀ, ਤਾਂ ਇਹਨੂੰ ਅਸੀਂ ਅੱਜ ਡਿਟੇਲ ਦੇ ਵਿੱਚ ਪੂਰਾ ਕਵਰ ਕਰਾਂਗੇ। ਤਾਂ ਆਓ ਦੋਸਤੋ ਸ਼ੁਰੂ ਕਰਦੇ ਹਾਂ ਅਸੀਂ ਸਾਡਾ ਅੱਜ ਦਾ ਲੈਕਚਰ ਐਨਾਟਮੀ ਐਂਡ ਫਿਜ਼ੀਓਲੋਜੀ। ਤਾਂ ਦੋਸਤੋ, ਐਨਾਟਮੀ ਐਂਡ ਫਿਜ਼ੀਓਲੋਜੀ ਤੁਸੀਂ ਬਹੁਤ ਵਾਰ ਪੜ੍ਹ ਚੁੱਕੇ ਹੋਵੋਗੇ। ਤਾਂ ਇਹਦੀਆਂ ਜਿਹੜੀਆਂ ਕੁਝ ਬਰੀਕੀ ਚੀਜ਼ਾਂ ਨੇ ਉਹਨਾਂ ਤੇ ਡਿਸਕਸ਼ਨ ਕਰਾਂਗੇ। ਬੇਸਿਕਲੀ ਮੈਂ ਇੱਕ ਬੈਕਗਰਾਊਂਡ ਤੋਂ ਕੰਮ ਸ਼ੁਰੂ ਕਰੂੰਗਾ। ਐਨਾਟਮੀ ਐਂਡ ਫਿਜ਼ੀਓਲੋਜੀ ਕਿੱਥੋਂ ਆਈ ਹੈ, ਕਿਹੜੀ ਬ੍ਰਾਂਚ ਤੋਂ ਲਈ ਗਈ ਹੈ, ਜਿਹੜੀ ਬ੍ਰਾਂਚ ਤੋਂ ਇਹ ਆਈ ਹੈ ਕਿ ਉਹ ਕਿਹੜੀ ਬ੍ਰਾਂਚ ਤੋਂ ਲਈ ਗਈ ਹੈ। ਤਾਂ ਜੇ ਅਸੀਂ ਗੱਲ ਕਰੀਏ, ਜੇਕਰ ਅਸੀਂ ਪੂਰੀ ਦੁਨੀਆ ਦੀ ਗੱਲ ਕਰੀਏ, ਜਿਵੇਂ ਕਿ ਹਿਊਮਨ ਬਾਡੀ ਹੈ, ਸਾਡਾ ਜਨਮ ਹੁੰਦਾ, ਸਾਡਾ ਸਰੀਰ ਹੈ ਜਿਹੜਾ ਉਹ ਵਿਕਸਿਤ ਹੁੰਦਾ। ਇਸੇ ਤਰ੍ਹਾਂ ਨਾਲ ਜੇ ਅਸੀਂ ਪੂਰੇ ਬ੍ਰਹਿਮੰਡ ਦੀ ਗੱਲ ਕਰਦੇ ਹਾਂ, ਪੂਰੇ ਯੂਨੀਵਰਸ ਦੀ ਗੱਲ ਕਰਦੇ ਹਾਂ, ਤਾਂ ਮੰਨਿਆ ਜਾਂਦਾ ਹੈ ਕਿ ਜਦੋਂ ਅਸੀਂ ਕੋਈ ਵੀ ਸਟੱਡੀ ਪਹਿਲੇ ਸ਼ੁਰੂ ਕੀਤੀ ਤਾਂ ਉਹ ਸਟੱਡੀ ਹੈਗੀ ਸੀ ਸਾਡੀ ਫਿਜ਼ਿਕਸ। ਕਿ ਦੁਨੀਆ ਦੇ ਵਿੱਚ ਜਦੋਂ ਪਹਿਲਾ ਸਾਇੰਟਿਸਟ ਮੰਨਦੇ ਨੇ ਬਿਗ ਬੈਂਗ ਹੁੰਦੀ ਹੈ, ਤਾਂ ਬਿਗ ਬੈਂਗ ਹੋਣ ਦੇ ਨਾਲ ਜਿਹੜੀ ਫਿਜ਼ਿਕਸ ਹੈ ਉਹ ਸਟਾਰਟ ਹੁੰਦੀ ਹੈ। ਫਿਜ਼ਿਕਸ ਦੇ ਵਿੱਚ ਇੱਕ ਬਿਗ ਬੈਂਗ ਇੱਕ ਬਹੁਤ ਵੱਡਾ ਧਮਾਕਾ ਹੁੰਦਾ। ਧਮਾਕਾ ਹੋਣ ਦੇ ਨਾਲ ਪੂਰਾ ਯੂਨੀਵਰਸ ਹੈ ਜਿਹੜਾ ਸਾਡਾ ਹੋਂਦ ਦੇ ਵਿੱਚ ਆਉਂਦਾ। ਫਿਰ ਜਿਹੜੇ ਪਲੈਨਟਸ ਹੋਂਦ ਦੇ ਵਿੱਚ ਆਉਂਦੇ ਨੇ, ਉੱਥੇ ਕੈਮੀਕਲ ਰਿਐਕਸ਼ਨਸ ਨੇ ਜਿਹੜੇ ਉਹ ਸ਼ੁਰੂ ਹੁੰਦੇ ਨੇ। ਕੈਮੀਕਲ ਰਿਐਕਸ਼ਨ ਸ਼ੁਰੂ ਹੋਣ ਦੇ ਨਾਲ ਇੱਕ ਹੋਰ ਜਿਹੜੀ ਸਾਡੇ ਕੋਲ ਇੱਕ ਹੋਰ ਏਰੀਆ ਜਿਹੜਾ ਸਟੱਡੀ ਦਾ ਉਹ ਡਿਵੈਲਪ ਹੁੰਦਾ, ਜਿਹਨੂੰ ਅਸੀਂ ਕਹਿੰਦੇ ਆ ਕੈਮਿਸਟਰੀ। ਤਾਂ ਇੱਕ ਹੋਰ ਸਾਡੇ ਕੋਲ ਏਰੀਆ ਡਿਵੈਲਪ ਹੁੰਦਾ ਹੈ ਕੈਮਿਸਟਰੀ। ਪਹਿਲਾਂ ਸਭ ਤੋਂ ਪਹਿਲਾਂ ਮੰਨਿਆ ਜਾਂਦਾ ਹੈ ਕਿ ਜਿਹੜਾ ਫੀਲਡ ਆਫ ਸਟੱਡੀ ਆਇਆ ਉਹ ਫਿਜ਼ਿਕਸ ਹੈ। ਫਿਜ਼ਿਕਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਕੈਮਿਸਟਰੀ, ਕਿਉਂਕਿ ਸੂਰਜ ਘੁੰਮ ਰਿਹਾ ਹੈ ਨਾ, ਸੂਰਜ ਘੁੰਮਣ ਦੇ ਨਾਲ ਧਰਤੀ ਦੇ ਉੱਪਰ ਬਹੁਤ ਸਾਰੀਆਂ ਕੈਮੀਕਲ ਰਿਐਕਸ਼ਨਸ ਹੋ ਰਹੀਆਂ ਨੇ। ਤਾਂ ਉਹਨਾਂ ਕੈਮੀਕਲ ਰਿਐਕਸ਼ਨਸ ਦੇ ਹੋਣ ਦੇ ਨਾਲ ਧਰਤੀ ਦੇ ਉੱਪਰ ਇੱਕ ਹੋਰ ਸਟੱਡੀ ਸ਼ੁਰੂ ਹੁੰਦੀ ਹੈ, ਜਿਹਨੂੰ ਅਸੀਂ ਕੀ ਕਹਿੰਦੇ ਆ, ਬਾਇਓਲੋਜੀ। ਜਿਹਦੇ ਅੰਦਰ ਕਿ ਅਸੀਂ ਨੇ ਕੀ ਪੜ੍ਹਨਾ, ਅਸੀਂ ਜਿਹੜੀ ਐਨਾਟਮੀ ਤੇ ਫਿਜ਼ੀਓਲੋਜੀ ਹੈ ਪੜ੍ਹਨਾ ਜਿਹੜੀ। ਤਾਂ ਸਭ ਤੋਂ ਪਹਿਲਾਂ ਫਿਜ਼ਿਕਸ ਆਉਂਦੀ ਹੈ, ਫਿਜ਼ਿਕਸ ਦੇ ਵਿੱਚੋਂ ਕੈਮਿਸਟਰੀ ਨਿਕਲਦੀ ਹੈ, ਤੇ ਕੈਮਿਸਟਰੀ ਦੇ ਵਿੱਚੋਂ ਨਿਕਲਦੀ ਹੈ ਬਾਇਓਲੋਜੀ। ਹੁਣ ਬਾਇਓਲੋਜੀ ਹੈ ਜਿਹੜੀ, ਇਹਦੀਆਂ ਫਰਦਰ ਦੋ ਬ੍ਰਾਂਚਸ ਨੇ ਬਾਇਓਲੋਜੀ ਦੀਆਂ। ਬਾਇਓਲੋਜੀ ਦੀ ਇੱਕ ਬ੍ਰਾਂਚ ਹੈ ਜਿਹੜੀ ਉਹ ਹੈਗੀ ਹੈ ਫੌਨਾ, ਤੇ ਇੱਕ ਹੈਗੀ ਹੈ ਫਲੋਰਾ। ਫੌਨਾ ਦਾ ਮਤਲਬ ਕੀ ਹੈ? ਫੌਨਾ ਦਾ ਮਤਲਬ ਹੁੰਦਾ ਜਿਹੜੇ ਸਾਡੇ ਜੀਵ ਜੰਤੂ ਨੇ ਧਰਤੀ ਦੇ ਉੱਪਰ। ਫਲੋਰਾ ਦਾ ਮਤਲਬ ਹੁੰਦਾ ਜਿੰਨੀ ਵੀ ਸਾਡੀ ਧਰਤੀ ਦੇ ਉੱਪਰ ਬਨਸਪਤੀ ਹੈ। ਤਾਂ ਸਾਡੀ ਧਰਤੀ ਦੇ ਉੱਪਰ ਅਸੀਂ ਜੇਕਰ ਸਾਰੀਆਂ ਚੀਜ਼ਾਂ ਦੀ ਸਟੱਡੀ ਕਰਨੀ ਹੋਵੇ ਤਾਂ ਅਸੀਂ ਬਾਇਓਲੋਜੀ ਦੇ ਅੰਦਰ ਕਿਹਦੀ ਸਟੱਡੀ ਕਰ ਸਕਦੇ ਹਾਂ? ਫੌਨਾ ਐਂਡ ਫਲੋਰਾ, ਜਾਣੀ ਕਿ ਕਿਹਦੀ ਸਟੱਡੀ ਕਰਾਂਗੇ ਅਸੀਂ? ਲਿਵਿੰਗ ਥਿੰਗ ਦੀ ਸਟੱਡੀ ਕਰਾਂਗੇ। ਜਿਹੜੀਆਂ ਸਾਡੀ ਧਰਤੀ ਦੇ ਉੱਪਰ ਲਿਵਿੰਗ ਥਿੰਗਸ ਨੇ ਉਹਨਾਂ ਦੀ ਅਸੀਂ ਸਟੱਡੀ ਕਰਾਂਗੇ। ਤਾਂ ਬਾਇਓਲੋਜੀ ਹੈ ਜਿਹੜੀ, ਬਾਇਓਲੋਜੀ ਦੀਆਂ ਦੋ ਬ੍ਰਾਂਚਸ ਮੇਨ ਨੇ, ਫੌਨਾ ਐਂਡ ਫਲੋਰਾ। ਵੈਸੇ ਅਸੀਂ ਬਾਇਓਲੋਜੀ ਦੇ ਵਿੱਚ ਹੋਰ ਵੀ ਚੀਜ਼ਾਂ ਨੇ ਜਿਹੜੀਆਂ ਉਹ ਪੜ੍ਹ ਸਕਦੇ ਹਾਂ। ਹੁਣ ਜਿਹੜੀ ਐਨਾਟਮੀ ਐਂਡ ਫਿਜ਼ੀਓਲੋਜੀ ਹੈ, ਤੁਸੀਂ ਇੱਕ ਪੌਦਾ ਜਿਹੜਾ ਪੌਦੇ ਬਾਰੇ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਹਦੀ ਸਟੱਡੀ ਕਰੋਗੇ? ਉਹਦੇ ਬਾਰੇ ਐਨਾਟਮੀ ਦੀ ਸਟੱਡੀ ਕਰ ਸਕਦੇ ਹੋ, ਐਜ਼ ਵੈਲ ਐਜ਼ ਫਿਜ਼ੀਓਲੋਜੀ ਦੀ ਸਟੱਡੀ ਕਰ ਸਕਦੇ ਹੋ। ਜੇਕਰ ਤੁਸੀਂ ਨੈਟ ਵਾਸਤੇ ਪ੍ਰਪੇਅਰ ਕਰ ਰਹੇ ਹੋ ਤਾਂ ਇੱਕ ਬੜਾ ਇੰਪੋਰਟੈਂਟ ਜਿਹੜਾ ਚੈਪਟਰ ਹੈਗਾ ਜਾਂ ਬੜਾ ਇੰਪੋਰਟੈਂਟ ਤੁਸੀਂ ਕਹਿ ਸਕਦੇ ਹੋ ਇੱਕ ਏਰੀਆ ਹੈਗਾ, ਉਹ ਹੈਗਾ ਬਾਇਓਕੈਮਿਸਟਰੀ, ਜਿਹਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਨੇ ਜਿਹੜੇ ਪੁੱਛੇ ਜਾਂਦੇ ਨੇ। ਤਾਂ ਬਾਇਓਕੈਮਿਸਟਰੀ ਵੀ ਕਿਹਦੇ ਅੰਡਰ ਕਵਰ ਹੁੰਦੀ ਹੈ? ਇਹ ਵੀ ਸਾਡੀ ਬਾਇਓਲੋਜੀ ਦੇ ਅੰਡਰ ਹੀ ਕਵਰ ਹੁੰਦੀ ਹੈ। ਹੁਣ ਜਿਹੜੀ ਤੁਸੀਂ ਐਨਾਟਮੀ ਤੇ ਫਿਜ਼ੀਓਲੋਜੀ ਪੜ੍ਹਨੀ ਹੈ, ਅਸਲ ਦੇ ਵਿੱਚ ਬ੍ਰਾਂਚ ਕਿਹਦੀ ਹੈ ਜੀ? ਇਹ ਬ੍ਰਾਂਚ ਹੈਗੀ ਹੈ ਬਾਇਓਲੋਜੀ ਦੀ ਬ੍ਰਾਂਚ ਹੈਗੀ ਹੈ। ਤਾਂ ਐਨਾਟਮੀ ਤੇ ਫਿਜ਼ੀਓਲੋਜੀ ਕਿਹਦੀ ਬ੍ਰਾਂਚ ਹੈ? ਬਾਇਓਲੋਜੀ ਦੀ ਬ੍ਰਾਂਚ ਹੈ। ਹੁਣ ਅੱਗੇ ਗੱਲ ਕਰਦੇ ਹਾਂ ਜੀ, ਇੱਥੇ ਇੱਕ ਇੰਪੋਰਟੈਂਟ ਕੁਐਸਚਨ ਕਈ ਵਾਰ ਹੋਰ ਪੁੱਛ ਲਿਆ ਜਾਂਦਾ ਕਿ ਜਿਹੜੀ ਇਹ ਬਾਇਓਲੋਜੀ ਹੈ ਇਹਦਾ ਫਾਦਰ ਕੌਣ ਹੈ? ਹੂ ਇਜ਼ ਦਾ ਫਾਦਰ ਆਫ ਬਾਇਓਲੋਜੀ? ਤਾਂ ਇਹਦਾ ਫਾਦਰ ਹੈਗਾ ਜੀ, ਇਹਦਾ ਫਾਦਰ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਐਰਿਸਟੋਟਲ। ਇਹਦਾ ਫਾਦਰ ਕਿਹਨੂੰ ਮੰਨਿਆ ਜਾਂਦਾ ਹੈ? ਜਿਹਦਾ ਫਾਦਰ ਮੰਨਿਆ ਜਾਂਦਾ ਐਰਿਸਟੋਟਲ ਨੂੰ। ਹੁਣ ਇਨਡਾਇਰੈਕਟਲੀ ਜੇਕਰ ਐਰਿਸਟੋਟਲ ਬਾਇਓਲੋਜੀ ਦਾ ਫਾਦਰ ਹੈ ਤਾਂ ਐਨਾਟਮੀ ਐਂਡ ਫਿਜ਼ੀਓਲੋਜੀ ਦਾ ਫਾਦਰ ਵੀ ਕੌਣ ਹੋਊਗਾ? ਉਹ ਵੀ ਐਰਿਸਟੋਟਲ ਹੀ ਹੋਊਗਾ। ਐਰਿਸਟੋਟਲ ਇਹਨੂੰ ਅਸੀਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਜੀ? ਅਰਸਤੂ। ਇਹ ਕੌਣ ਸੀਗੇ? ਇੱਕ
ਗ੍ਰੀਕ ਫਿਲਾਸਫਰ ਸੀਗੇ। ਇਹ ਕੌਣ ਸੀਗੇ? ਇੱਕ ਗ੍ਰੀਕ ਫਿਲਾਸਫਰ ਸੀਗੇ ਐਰਿਸਟੋਟਲ। ਤਾਂ ਇਹਨਾਂ ਬਾਰੇ ਥੋੜੀ ਜਿਹੀ ਚਾਨਣਾ ਹੋਰ ਪਾ ਦਾਂ ਮੈਂ। ਅਰਸਤੂ ਤੋਂ ਪਹਿਲਾਂ ਜਿਹੜਾ ਮੇਨ ਬੰਦਾ ਸਾਡੇ ਰੈਫਰੈਂਸ, ਇਹ ਗੱਲ ਹੈਗੀ ਹੈ ਜੀ ਜੀਸਸ ਤੋਂ ਪਹਿਲਾਂ ਦੀ, ਯਾਨੀ ਕਿ ਇਹ ਗੱਲ ਹੈਗੀ ਹੈ BCE ਦੀ, ਬਿਫੋਰ ਕਾਮਨ ਏਰਾ ਦੀ ਗੱਲ ਹੋ ਰਹੀ ਹੈ, ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਕੀ ਲਿਖਦੇ ਹੋ? ਈਸਵੀ ਪੂਰਵ ਲਿਖਦੇ ਹੋ। ਤਾਂ ਅੱਜ ਤੋਂ ਲਗਭਗ ਇਹ ਮੰਨ ਲਓ ਕਿ 24-2500 ਸਾਲ ਪਹਿਲਾਂ ਦੀ ਗੱਲ ਹੈਗੀ ਹੈ। ਤਾਂ ਇੱਕ ਮਹਾਨ ਫਿਲਾਸਫਰ ਹੈ ਜਿਹੜਾ ਉਹ ਜਨਮ ਲੈਂਦਾ ਹੈ ਜੀ, ਕਿੱਥੇ ਜਨਮ ਲੈਂਦਾ? ਸੁਕਰਾਤ ਹੈ ਜਿਹੜਾ ਉਹ ਜਨਮ ਲੈਂਦਾ। ਸੁਕਰਾਤ ਦਾ ਜਨਮ ਕਿੱਥੇ ਹੁੰਦਾ ਜੀ? ਗ੍ਰੀਸ ਦੇ ਵਿੱਚ। ਤਾਂ ਇਹ ਬੰਦੇ ਨੇ ਕਾਹਦੀ ਗੱਲ ਕੀਤੀ ਸੀ ਕਿ ਸਮਾਜ ਹੈ ਜਿਹੜਾ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ। ਸੁਕਰਾਤ ਨੇ ਗੱਲ ਕੀਤੀ ਸੀ ਕਿ ਸਮਾਜ ਹੈ ਜਿਹੜਾ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ। ਤੇ ਇਸ ਤੋਂ ਬਾਅਦ ਇਹਦਾ ਸਟੂਡੈਂਟ ਸੀਗਾ ਪਲੈਟੋ। ਜਿਹੜਾ ਪਲੈਟੋ ਸੀਗਾ ਉਹਨੇ ਸੋਚਿਆ, ਉਹਨੇ ਹਿਸਾਬ ਲਾਇਆ ਜਿਹੜਾ ਸੋਕਰੇਟਸ ਸੀਗਾ ਉਹਦੀਆਂ ਗੱਲਾਂ ਤੋਂ ਕਿ ਅਸੀਂ ਪੂਰੇ ਸਮਾਜ ਨੂੰ ਬਦਲ ਨਹੀਂ ਸਕਦੇ। ਤਾਂ ਉਹਨੇ ਆਪਣਾ ਜਿਹੜਾ ਧਿਆਨ ਸੀਗਾ ਉਹ ਇੱਕ ਵਿਅਕਤੀ ਦੇ ਉੱਪਰ ਕੇਂਦਰਿਤ ਕੀਤਾ ਕਿ ਇੱਕ ਵਿਅਕਤੀ ਕਿਵੇਂ ਦਾ ਹੋਣਾ ਚਾਹੀਦਾ। ਫਿਰ ਪਲੈਟੋ ਦਾ ਅੱਗੇ ਸਟੂਡੈਂਟ ਸੀਗਾ ਜਿਹੜਾ ਉਹ ਆਉਂਦਾ, ਜਿਹਦੀ ਅਸੀਂ ਗੱਲ ਕਰ ਰਹੇ ਹਾਂ ਜੀ ਇੱਥੇ ਅਰਸਤੂ ਦੀ। ਤਾਂ ਇੱਥੇ ਜਿਹੜਾ ਬੰਦਾ ਆਉਂਦਾ ਸਾਡੇ ਕੋਲ ਅੱਗੇ ਆ, ਉਹ ਆਉਂਦਾ ਅਰਸਤੂ ਐਰਿਸਟੋਟਲ। ਤਾਂ ਐਰਿਸਟੋਟਲ ਹੈ ਜਿਹੜਾ, ਇਹਨੇ ਬੰਦੇ ਨੇ ਮੇਨ ਕੰਮ ਕੀ ਕੀਤਾ ਜੀ? ਇਸ ਬੰਦੇ ਨੇ ਵੱਡਾ ਕੰਮ ਕੀਤਾ ਕਿ ਉਹਨੇ ਵਿਅਕਤੀ ਦੇ ਬਿਹੇਵੀਅਰ ਦੀ ਗੱਲ ਕੀਤੀ, ਪਰ ਇਹਨੇ ਕੀ ਕੀਤਾ ਕਿ ਵਿਅਕਤੀ ਦੇ ਅੰਦਰ ਹੈਗਾ ਕੀ ਕੁਛ, ਇਹਨੇ ਵਿਅਕਤੀ ਦੇ ਅੰਦਰ ਦੀ ਗੱਲ ਕੀਤੀ। ਹੁਣ ਇੱਕ ਇਹਦੇ ਨਾਲ ਇੰਪੋਰਟੈਂਟ ਨਾਮ ਹੋਰ ਹੈਗਾ ਜੀ, ਉਹ ਹੈਗਾ ਸਿਕੰਦਰ, ਜਿਹਨੂੰ ਅਸੀਂ ਸਿਕੰਦਰ ਮਹਾਨ ਕਹਿੰਦੇ ਹਾਂ। ਤਾਂ ਹੁਣ ਸਿਕੰਦਰ ਹੈ ਜਿਹੜਾ ਇਹ ਐਰਿਸਟੋਟਲ ਦਾ ਸਟੂਡੈਂਟ ਹੈ, ਐਰਿਸਟੋਟਲ ਹੈ ਜਿਹੜਾ ਪਲੇਟੋ ਦਾ ਸਟੂਡੈਂਟ ਹੈ, ਤੇ ਪਲੇਟੋ ਹੈ ਜਿਹੜਾ ਉਹ ਸੋਕਰੇਟਸ ਦਾ ਸਟੂਡੈਂਟ ਹੈ। ਹੁਣ ਅਰਸਤੂ ਸੀਗਾ ਜਿਹੜਾ, ਇਹਨੇ ਇੱਕ ਬੜਾ ਵੱਡਾ ਕੰਮ ਕੀਤਾ। ਕਾਹਦੇ ਵਿੱਚ ਕੰਮ ਕੀਤਾ? ਬਾਇਓਲੋਜੀ ਦੇ ਵਿੱਚ। ਉਹ ਕੰਮ ਕਿਉਂ ਕਰ ਸਕਿਆ? ਕਿਉਂਕਿ ਉਹ ਕਿਹਦਾ ਗੁਰੂ ਸੀਗਾ? ਸਿਕੰਦਰ ਦਾ। ਸਿਕੰਦਰ ਜਿਹੜਾ ਕਿ ਪੂਰੀ ਦੁਨੀਆ ਜਿੱਤਣ ਨਿਕਲਿਆ ਸੀਗਾ। ਹੁਣ ਜਦੋਂ ਉਹ ਪੂਰੀ ਦੁਨੀਆ ਨੂੰ ਜਿੱਤਣ ਵਾਸਤੇ ਨਿਕਲਿਆ ਤਾਂ ਉਹ ਆਪਣੇ ਗ੍ਰੀਸ ਦੇ ਵਿੱਚ ਜਾਂਦਾ ਇੱਕ ਐਲਾਨ ਕਰਕੇ ਜਾਂਦਾ ਹੈ ਕਿ ਇਹ ਮੇਰਾ ਗੁਰੂ ਹੈ ਐਰਿਸਟੋਟਲ। ਤਾਂ ਇਹਨੂੰ ਆਪਣੀ ਸਟੱਡੀ ਵਾਸਤੇ ਜਿਹੜਾ ਕੁਝ ਵੀ ਚਾਹੀਦਾ ਹੋਊਗਾ ਤਾਂ ਉਹਦੇ ਜਿਹੜੇ ਪਿੱਛੇ ਸੇਵਾਦਾਰ ਹੈਗੇ ਨੇ ਪ੍ਰੋਵਾਈਡ ਕਰਾਉਣਗੇ। ਤਾਂ ਇਸ ਬੰਦੇ ਨੂੰ ਲੈਬੋਰਟਰੀਆਂ ਸੀ ਜਿਹੜੀਆਂ, ਉੱਥੇ ਲੈਬ ਸੀਗੀਆਂ, ਉਸ ਸਮੇਂ ਦੀਆਂ ਲੈਬ ਨੇ ਜਿਹੜੀਆਂ ਅੱਜ ਦੀਆਂ ਜਿਹੜੀਆਂ ਐਡਵਾਂਸ ਲੈਬਸ ਤੇ ਨਾਲੋਂ ਡਿਫਰੈਂਟ ਹੋਣਗੀਆਂ। ਤਾਂ ਇਸ ਬੰਦੇ ਨੂੰ ਐਕਸਪੈਰੀਮੈਂਟ ਕਰਨ ਵਾਸਤੇ, ਤਾਂ ਕਿ ਉਹ ਪੌਦਿਆਂ ਦੇ ਉੱਪਰ, ਮਰੇ ਹੋਏ ਜਾਨਵਰਾਂ ਦੇ ਉੱਪਰ ਐਕਸਪੈਰੀਮੈਂਟ ਕਰ ਸਕੇ, ਤਾਂ ਇਹਨੂੰ ਸਿਕੰਦਰ ਨੇ ਪ੍ਰੋਵਾਈਡ ਕਰਵਾਇਆ ਸਾਰਾ ਕੁਝ, ਜਿੰਨਾ ਕੁਝ ਵੀ ਇਹਨੂੰ ਚਾਹੀਦਾ ਸੀਗਾ। ਤਾਂ ਕਰਕੇ ਇਸ ਬੰਦੇ ਨੇ ਕਾਹਦੇ ਉੱਪਰ ਸਟੱਡੀ ਕੀਤੀ? ਜੀਵ ਜੰਤੂਆਂ ਦੇ ਉੱਪਰ ਵੀ ਸਟੱਡੀ ਕੀਤੀ, ਪੌਦਿਆਂ ਦੇ ਉੱਪਰ ਵੀ ਸਟੱਡੀ ਕੀਤੀ। ਇਹਨੇ 2 ਕਿਤਾਬਾਂ ਲਿਖੀਆਂ ਸੀ, ਇੱਕ ਜੀਵ ਜੰਤੂਆਂ ਦੇ ਉੱਪਰ ਲਿਖੀ ਸੀ, ਇੱਕ ਆਤਮਾ ਦੇ ਉੱਪਰ ਲਿਖੀ ਸੀ। ਤਾਂ ਪਹਿਲਾ ਕੰਮ ਕਿਹਨੇ ਕੀਤਾ ਜੀ? ਐਰਿਸਟੋਟਲ ਨੇ ਕੀਤਾ, ਜਿਹਨੂੰ ਫਾਦਰ ਆਫ ਕੀ ਕਿਹਾ ਜਾਂਦਾ? ਬਾਇਓਲੋਜੀ ਕਿਹਾ ਜਾਂਦਾ। ਤਾਂ ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਹੁਣ ਬਾਇਓਲੋਜੀ ਹੈ ਜਿਹੜੀ, ਬਾਇਓਲੋਜੀ ਦੇ ਵਿੱਚੋਂ 2 ਬ੍ਰਾਂਚਿਸ ਨੇ ਜਿਹੜੀਆਂ ਉਹ ਅੱਗੇ ਨਿਕਲਦੀਆਂ ਨੇ, ਜਿਨ੍ਹਾਂ ਬਾਰੇ ਅਸੀਂ ਪੜ੍ਹਨੇ ਉੱਪਰ ਲਿਖਿਆ ਹੋਇਆ ਹੈ ਐਨਾਟੋਮੀ ਐਂਡ ਫਿਜ਼ੀਓਲੋਜੀ। ਇਹ ਕਾਹਦੀਆਂ ਬ੍ਰਾਂਚ ਨੇ? ਇਹ ਬ੍ਰਾਂਚ ਹੈਗੀਆਂ ਨੇ ਬਾਇਓਲੋਜੀ ਦੀਆਂ। ਤਾਂ ਬਾਇਓਲੋਜੀ ਦੀਆਂ 2 ਬ੍ਰਾਂਚਿਸ ਨੇ, ਕਿਹੜੀਆਂ ਨੇ ਜੀ? ਐਨਾਟੋਮੀ ਤੇ ਬ੍ਰਾਂਚਿਸ ਹੈਗੀਆਂ ਨੇਗੀਆਂ, ਹੋਰ ਬਹੁਤ ਸਾਰੀਆਂ ਬ੍ਰਾਂਚਿਸ ਹੈਗੀਆਂ ਨੇ ਬਾਇਓਲੋਜੀ ਦੀਆਂ, ਪਰ ਅਸੀਂ ਅੱਜ ਗੱਲ ਕਰਨੀ ਹੈ ਇਕੱਲੀ ਐਨਾਟੋਮੀ ਐਂਡ ਫਿਜ਼ੀਓਲੋਜੀ ਦੀ। ਐਨਾਟੋਮੀ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਜੀ ਸਰੀਰਕ ਰਚਨਾ ਵਿਗਿਆਨ, ਤੇ ਫਿਜ਼ੀਓਲੋਜੀ ਨੂੰ ਅਸੀਂ ਕਹਿੰਦੇ ਹਾਂ ਜੀ ਸਰੀਰਕ ਕਿਰਿਆ ਵਿਗਿਆਨ। ਤਾਂ ਬੇਸਿਕਲੀ ਬਾਇਓਲੋਜੀ ਦੇ ਵਿੱਚੋਂ 2 ਚੀਜ਼ਾਂ ਨਿਕਲਦੀਆਂ ਨੇ ਜੀ, ਇੱਕ ਐਨਾਟੋਮੀ, ਇੱਕ ਫਿਜ਼ੀਓਲੋਜੀ। ਇਹਨੂੰ ਅਸੀਂ ਸਰੀਰਕ ਰਚਨਾ ਵਿਗਿਆਨ ਕਹਿੰਦੇ ਹਾਂ ਤੇ ਇਹਨੂੰ ਅਸੀਂ ਸਰੀਰਕ ਕਿਰਿਆ ਵਿਗਿਆਨ ਕਹਿੰਦੇ ਹਾਂ। ਹੁਣ ਐਨਾਟੋਮੀ ਬੇਸਿਕਲੀ ਕੀ ਹੈ? ਜੇਕਰ ਅਸੀਂ ਇਹਦਾ ਵਰਡ ਮੀਨਿੰਗ ਦੇਖੀਏ, ਇਹ 2 ਵਰਡਸ ਤੋਂ ਮਿਲਿਆ ਬੇਸਿਕਲੀ, ਕਿਉਂਕਿ ਗ੍ਰੀਕ ਦੇ ਵਰਡ ਨੇ ਦੋਨੋਂ। ਗ੍ਰੀਕ ਵਰਡ ਨੇ ਐਨਾ ਪਲਸ ਟੋਮ। ਐਨਾ ਦਾ ਮਤਲਬ ਕੀ ਹੁੰਦਾ? ਥ੍ਰੋ, ਤੇ ਟੋਮ ਦਾ ਮਤਲਬ ਕੀ ਹੁੰਦਾ? ਡਾਇਸੈਕਸ਼ਨ। ਹੁਣ ਐਨਾਟੋਮੀ ਦਾ ਮਤਲਬ ਕੀ ਸੀਗਾ ਕਿ ਜਦੋਂ ਐਰਿਸਟੋਟਲ ਨੂੰ ਲੈਬਸ ਦਿੱਤੀਆਂ ਗਈਆਂ ਤਾਂ ਉਹਨੇ ਕੀ ਕਰਨਾ ਸੀ? ਉਹਦੇ ਕੋਲੇ ਜਾਂ ਤਾਂ ਪੌਦੇ ਆਉਣੇ ਸੀ, ਤੇ ਦੂਸਰਾ ਉਹਦੇ ਕੋਲੇ ਕੀ ਆਉਣੇ ਸੀਗੇ? ਕੈਡਾਵਰਸ ਆਉਣੇ ਸੀ। ਕੈਡਾਵਰਸ ਹੁੰਦਾ ਕਿ ਜਿਹੜੇ ਡੈਡ ਹਿਊਮਨਸ ਹੁੰਦੇ ਨੇ, ਕਿਉਂਕਿ ਉਸ ਸਮੇਂ ਤੇ ਸਾਡੇ ਕੋਲ ਇੰਨੀ ਟੈਕਨੋਲੋਜੀ ਨਹੀਂ ਸੀਗੀ ਕਿ ਅਸੀਂ
ਬੰਦੇ ਦੀ ਬਿਨਾਂ ਚੀਰ-ਫਾੜ ਕਰਕੇ ਉਹਦੇ ਅੰਦਰ ਦੇ ਅੰਗਾਂ ਬਾਰੇ ਦੇਖ ਸਕਦੇ। ਤਾਂ ਉਸ ਸਮੇਂ ਤੇ ਸਾਡੇ ਕੋਲ ਇਹੀ ਹੱਲ ਸੀ ਕਿ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਉਹ ਤੋਂ ਬਾਅਦ ਅਸੀਂ ਐਕਸਪਲੋਰ ਕਰੀਏ ਕਿ ਅਸਲ ਦੇ ਵਿੱਚ ਬੰਦੇ ਦੇ ਅੰਦਰ ਹੈਗੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ। ਤਾਂ ਡੈਡ ਬੋਡੀਜ਼ ਨੂੰ ਕਿਹਾ ਜਾਂਦਾ ਸੀਗਾ ਕੈਡੇਵਰਸ। ਤਾਂ ਐਨਾਟਮੀ ਹੈ ਜਿਹੜਾ, ਇਹ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਦਾ, ਐਨਾ ਪਲੱਸ ਟੌਮ। ਐਨਾ ਦਾ ਮਤਲਬ ਹੁੰਦਾ ਕਿਸੇ ਚੀਜ਼ ਦੇ ਥਰੂ, ਕਿਸੇ ਦੇ ਵਿੱਚੋਂ ਦੀ ਲੰਘਣਾ ਹੈ ਨਾ, ਤੇ ਟੌਮ ਦਾ ਮਤਲਬ ਕੀ ਹੈ ਡਾਇਸੈਕਸ਼ਨ। ਡਾਇਸੈਕਸ਼ਨ ਮਤਲਬ ਚੀਰ ਫਾੜ ਕਰਨਾ, ਇਹਦਾ ਮਤਲਬ ਕੀ ਹੈ ਚੀਰ ਫਾੜ ਕਰਨਾ। ਐਨਾ ਦਾ ਮਤਲਬ ਕੀ ਹੈ ਜੀ ਥਰੂ, ਟੌਮ ਦਾ ਮਤਲਬ ਕੀ ਹੈ ਡਾਇਸੈਕਸ਼ਨ। ਯਾਨੀ ਕਿ ਜਦੋਂ ਤੁਸੀਂ ਕਿਸੇ ਮਨੁੱਖ ਦੇ ਅੰਗ ਦੀ ਚੀਰ ਫਾੜ ਕਰਕੇ ਦੇਖਦੇ ਹੋ ਉਹਨੂੰ ਅਸੀਂ ਕੀ ਕਹਿੰਦੇ ਆ, ਐਨਾਟਮੀ ਕਹਿੰਦੇ ਆ, ਸਰੀਰਕ ਰਚਨਾ ਵਿਗਿਆਨ ਕਹਿੰਦੇ ਆ। ਜਦੋਂ ਅਸੀਂ ਕਿਸੇ ਚੀਜ਼ ਦੀ ਰਚਨਾ ਬਾਰੇ ਜਾਣਨਾ ਚਾਹੁੰਦੇ ਆ, ਰਚਨਾ ਬਾਰੇ ਪੜ੍ਹਨਾ ਚਾਹੁੰਦੇ ਆ, ਉਹਨੂੰ ਅਸੀਂ ਕੀ ਕਹਿੰਦੇ ਆ, ਸਰੀਰਕ ਰਚਨਾ ਵਿਗਿਆਨ। ਫੋਰ ਐਗਜ਼ਾਮਪਲ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਲੈਂਦੇ ਆ। ਤਾਂ ਜੇਕਰ ਮੈਂ ਇਸ ਮਾਰਕਰ ਦੀ ਗੱਲ ਕਰਾਂ ਕਿ ਇਹ ਮੇਰੇ ਕੋਲ ਮਾਰਕਰ ਹੈ, ਤਾਂ ਇਹ ਮਾਰਕਰ ਹੈ ਜਿਹੜਾ, ਇਹਦੀ ਵੀ ਆਪਣੀ ਇੱਕ ਐਨਾਟਮੀ ਹੈਗੀ ਹੈ ਤੇ ਆਪਣੀ ਇੱਕ ਫਿਜ਼ੀਓਲੋਜੀ ਹੈਗੀ ਆ। ਜਿਹੜੇ ਸਾਡੇ ਘਰ ਦੇ ਵਿੱਚ ਛੱਤ ਦੇ ਉੱਪਰ ਪੱਖੇ ਲੱਗੇ ਹੋਏ ਨੇ ਉਹਨਾਂ ਦੀ ਵੀ ਕੋਈ ਨਾ ਕੋਈ ਐਨਾਟਮੀ ਹੈਗੀ ਹੈ, ਕੋਈ ਨਾ ਕੋਈ ਫਿਜ਼ੀਓਲੋਜੀ ਹੈਗੀ ਆ। ਤੁਸੀਂ ਪੈਨ ਨਾਲ ਲਿਖ ਰਹੇ ਹੋ, ਇਹਦੀ ਵੀ ਕੋਈ ਨਾ ਕੋਈ ਐਨਾਟਮੀ ਹੈ, ਕੋਈ ਨਾ ਕੋਈ ਫਿਜ਼ੀਓਲੋਜੀ ਹੈ। ਐਨਾਟਮੀ ਦੇ ਫਿਜ਼ੀਓਲੋਜੀ ਦਾ ਮਤਲਬ ਕੀ ਹੈ? ਐਨਾਟਮੀ ਦਾ ਮਤਲਬ ਕਿ ਉਹ ਚੀਜ਼ ਬਣੀ ਕਿਵੇਂ ਹੋਈ ਹੈ। ਜੇਕਰ ਤੁਹਾਡੇ ਕੋਲ ਪੈਨ ਹੱਥ ਦੇ ਵਿੱਚ ਹੈਗਾ ਤਾਂ ਪੈਨ ਦੇ ਉੱਪਰ ਕੋਈ ਕੰਚ ਦੀ ਬੋਡੀ ਲੱਗੀ ਹੋਏਗੀ, ਕੰਚ ਦੀ ਬੋਡੀ ਨਾਲ ਇੱਕ ਉਹਦੇ ਉੱਪਰ ਕੈਪ ਲੱਗਿਆ ਹੋਏਗਾ, ਕੈਪ ਦੇ ਨਾਲ ਉਹਦੇ ਵਿੱਚ ਇੱਕ ਰਿਫਲ ਸਿੱਕਾ ਪਾਇਆ ਹੋਏਗਾ, ਸਿੱਕੇ ਦੇ ਵਿੱਚ ਸਿਆਹੀ ਹੋਏਗੀ, ਉਹਦੇ ਅੱਗੇ ਨਿੱਬੀ ਲੱਗੀ ਹੋਏਗੀ। ਇਹਦਾ ਮਤਲਬ ਕੀ ਹੈ ਕਿ ਉਹਦੀ ਅਸੀਂ ਕਾਹਦੀ ਗੱਲ ਕਰ ਰਹੇ ਹਾਂ ਕਿ ਰਚਨਾ ਕਿਵੇਂ ਹੋਈ ਹੈ, ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਮਿਲ ਕੇ ਬਣੀ ਹੈ। ਤਾਂ ਜਦੋਂ ਅਸੀਂ ਇਹ ਪਤਾ ਕਰਦੇ ਹਾਂ ਕਿ ਕੋਈ ਚੀਜ਼ ਕਿਹੜੀਆਂ ਚੀਜ਼ਾਂ ਤੋਂ ਮਿਲ ਕੇ ਬਣੀ ਹੋਈ ਹੈ, ਉਹਨੂੰ ਅਸੀਂ ਕੀ ਬੋਲਾਂਗੇ? ਐਨਾਟਮੀ। ਸੇਮ ਜੇ ਪੱਖੇ ਦੀ ਐਗਜ਼ਾਮਪਲ ਲੈਂਦੇ ਹਾਂ ਤਾਂ ਤੁਹਾਡੇ ਛੱਤ ਵਾਲਾ ਪੱਖਾ ਲੱਗਿਆ ਹੋਇਆ, ਤਾਂ ਉਹ ਪੱਖਾ ਜਿਹੜਾ ਉਹਦੇ 3 ਫਰਨੇ ਲੋਹੇ ਦੇ ਲੱਗੇ ਹੋਏ ਨੇ, ਵਿਚਕਾਰ ਫਰਾਂ ਨਾਲ ਜੁੜਿਆ ਹੋਇਆ, ਵਿਚਾਲੇ ਉਹਦੇ ਇੱਕ ਸੌਕਟ ਲੱਗੀ ਹੋਈ ਹੈ, ਤਾਂ ਵਿਚਕਾਰ ਉਹਦੇ ਵਿੱਚ ਹੈ ਜਿਹੜੀ ਇੱਕ ਵਾਇਰਿੰਗ ਹੋਈ ਹੋਈ ਹੈ, ਤਾਂਬੇ ਦੀ ਮੈਗਨੇਟ ਪਈ ਹੋਈ ਹੈ, ਉਸ ਤੋਂ ਬਾਅਦ ਤਾਰ ਦੇ ਨਾਲ ਉਹ ਪਲੱਗ ਤੱਕ ਜੁੜਿਆ ਹੋਇਆ। ਹੁਣ ਜੇਕਰ ਅਸੀਂ ਉਹਦੀ ਫਿਜ਼ੀਓਲੋਜੀ ਦੀ ਗੱਲ ਕਰੀਏ ਤਾਂ ਪੱਖੇ ਦਾ ਕੰਮ ਕੀ ਹੈ? ਘੁੰਮਣਾ। ਤਾਂ ਜਦੋਂ ਅਸੀਂ ਇਹ ਪਤਾ ਕਰਾਂਗੇ ਕਿ ਪੱਖਾ ਘੁੰਮਦਾ ਕਿਉਂ ਹੈ, ਕਿਹੜੇ ਇਲੈਕਟ੍ਰੋਮੈਗਨੈਟਿਕ ਵੇਵਸ ਕਿਵੇਂ ਪੱਖੇ ਦੇ ਵਿੱਚ ਕੰਮ ਕਰ ਰਹੀਆਂ ਨੇ, ਇਟ ਮੀਨਸ ਅਸੀਂ ਕਾਹਦੀ ਗੱਲ ਕਰ ਰਹੇ ਹਾਂ? ਫਿਜ਼ੀਓਲੋਜੀ ਦੀ, ਕਿ ਪੱਖਾ ਘੁੰਮ ਕਾਹਤੋਂ ਰਿਹਾ, ਕਿਸ ਤਰੀਕੇ ਦੇ ਨਾਲ ਘੁੰਮ ਰਿਹਾ ਹੈ। ਪਹਿਲੀ ਗੱਲ ਸੀ ਬਣਿਆ ਕਿਵੇਂ, ਦੂਸਰੀ ਗੱਲ ਹੈ ਕਿ ਕੰਮ ਕਿਵੇਂ ਕਰ ਰਿਹਾ। ਤਾਂ ਪਹਿਲਾਂ ਸਾਡੇ ਕੋਲ ਟੌਪਿਕ ਹੀ ਸੀਗਾ ਐਨਾਟਮੀ। ਅਸੀਂ ਗੱਲ ਕੀਤੀ ਹੈ ਕਿ ਕੋਈ ਵੀ ਚੀਜ਼ ਹੈ ਜਿਹੜੀ ਉਹ ਬਣੀ ਕਿਸ ਤਰੀਕੇ ਦੇ ਨਾਲ ਹੋਈ ਹੈ। ਦੂਜੇ ਪਾਸੇ ਜੇ ਫਿਜ਼ੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਇਹ ਦੋ ਵਰਡਸ ਤੋਂ ਮਿਲ ਕੇ ਬਣਦਾ ਹੈ, ਫਿਜ਼ਿਸਿਸ ਪਲੱਸ ਲੋਗੋਸ। ਇਹ ਵਰਡ ਜਿੱਥੇ ਵੀ ਆਏਗਾ ਇਹਦਾ ਮਤਲਬ ਹੁੰਦਾ ਸਟੱਡੀ ਜਾਂ ਸਾਇੰਸ ਵੀ ਕਹਿ ਸਕਦੇ ਹਾਂ ਅਸੀਂ ਇਹਨੂੰ। ਇਸ ਨੂੰ ਅਸੀਂ ਲੋਗੋ ਨੂੰ, ਲੌਜੀ ਨੂੰ ਜਾਂ ਲੌਗੀ ਨੂੰ, ਇਹਨੂੰ ਅਸੀਂ ਸਾਇੰਸ ਵੀ ਪੜ੍ਹ ਸਕਦੇ ਹਾਂ ਤੇ ਜਾਂ ਫਿਰ ਅਸੀਂ ਇਹਨੂੰ ਸਟੱਡੀ ਵੀ ਪੜ੍ਹ ਸਕਦੇ ਹਾਂ। ਫਿਜ਼ਿਕਸ ਦਾ ਮਤਲਬ ਹੁੰਦਾ ਹੈ ਨੇਚਰ ਤੇ ਜਾਂ ਫਿਰ ਨੈਚੁਰਲ। ਤਾਂ ਫਿਜ਼ੀਓਲੋਜੀ ਕਾਹਦੀ ਸਟੱਡੀ ਹੈ? ਫਿਜ਼ੀਓਲੋਜੀ ਇਜ਼ ਅ ਸਟੱਡੀ ਆਫ ਨੈਚੁਰਲ ਪ੍ਰੋਸੈਸਿਸ। ਤਾਂ ਜਦੋਂ ਅਸੀਂ ਹਿਊਮਨ ਬੋਡੀ ਦੇ ਨਾਲ ਰਿਲੇਟ ਕਰਦੇ ਹਾਂ ਤਾਂ ਅਸੀਂ ਗੱਲ ਕਰਦੇ ਹਾਂ ਕਿ ਹਿਊਮਨ ਬੋਡੀ ਦੇ ਅੰਦਰ ਦੀਆਂ ਜਿਹੜੀਆਂ ਨੈਚੁਰਲ ਪ੍ਰੋਸੈਸਿਸ ਨੇ, ਸਾਡੀਆਂ ਅੰਦਰੂਨੀ ਜਿਹੜੀਆਂ ਕਿਰਿਆਵਾਂ ਨੇ, ਜੇਕਰ ਮੈਂ ਬੋਲ ਰਿਹਾ ਤਾਂ ਮੇਰੇ ਬੋਲਣ ਦਾ ਮਕੈਨਿਜ਼ਮ ਕੀ ਹੈ, ਮੇਰੇ ਹਵਾ ਬਾਹਰ ਆ ਰਹੀ ਹੈ ਕਿਹੜੇ ਤਰੀਕੇ ਨਾਲ ਬਾਹਰ ਆ ਰਹੀ ਹੈ, ਜਿਹੜੇ ਸ਼ਬਦ ਮੈਂ ਬੋਲ ਰਿਹਾ ਕਿਹੜੇ ਤਰੀਕੇ ਨਾਲ ਬੋਲੇ ਜਾ ਰਹੇ ਨੇ, ਮੈਂ ਸਾਹ ਲੈ ਰਿਹਾ ਕਿਸ ਤਰੀਕੇ ਨਾਲ ਸਾਹ ਆ ਰਿਹਾ, ਬਲੱਡ ਸਰਕੂਲੇਟ ਹੋ ਰਿਹਾ ਕਿਸ ਤਰੀਕੇ ਨਾਲ ਸਰਕੂਲੇਟ ਹੋ ਰਿਹਾ। ਤਾਂ ਜਦੋਂ ਅਸੀਂ ਨੈਚੁਰਲ ਪ੍ਰੋਸੈਸਿਸ ਜਿਹੜੀਆਂ ਸਾਡੇ ਸਰੀਰ ਦੇ ਅੰਦਰ ਚੱਲ ਰਹੀਆਂ ਨੇ ਉਹਨਾਂ ਦੀ ਸਟੱਡੀ ਕਰਦੇ ਹਾਂ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਫਿਜ਼ੀਓਲੋਜੀ। ਤਾਂ ਦੋ ਚੀਜ਼ਾਂ ਨੇ ਸਾਨੂੰ ਆਪਣੇ, ਮੇਰਾ ਖਿਆਲ ਹੈ ਇਹ ਚਾਹੇ ਬੇਸਿਕ ਨੌਲੇਜ ਵਾਸਤੇ, ਕਿਉਂਕਿ ਸਾਡਾ ਆਪਣਾ ਸਰੀਰ ਹੈ, ਸਾਨੂੰ ਆਪਣੇ ਸਰੀਰ ਬਾਰੇ ਪਤਾ ਹੋਣਾ ਚਾਹੀਦਾ ਕਿ ਸਾਡੇ ਸਰੀਰ ਦੇ ਅੰਦਰ ਕਿਹੜੀ ਕਿਹੜੀ ਚੀਜ਼ ਹੈਗੀ ਹੈ ਤੇ ਕਿਵੇਂ ਉਹ ਕੰਮ ਕਰਦਾ ਹੈ ਨਾ। ਪਹਿਲੀ ਗੱਲ ਕੀ ਹੈ? ਸਾਡਾ ਸਰੀਰ ਬਣਿਆ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਹੈ। ਦੂਸਰਾ, ਸਾਡਾ ਸਰੀਰ ਕੰਮ ਕਿਵੇਂ ਕਰਦਾ। ਇਹਨਾਂ ਦੋਨਾਂ ਚੀਜ਼ਾਂ ਦੀ ਬੇਸਿਕ ਨੌਲੇਜ ਸਾਨੂੰ ਹੋਣੀ ਚਾਹੀਦੀ ਹੈ। ਤਾਂ ਐਨਾਟਮੀ ਦੀ ਗੱਲ ਸੀ, ਸਰੀਰ ਬਣਿਆ ਕਿਵੇਂ ਆ। ਫਿਜ਼ੀਓਲੋਜੀ ਦਾ ਕੰਮ ਕੀ ਹੈ ਕਿ ਸਰੀਰ ਦੀ ਸਾਡੇ ਦੀ ਜਿਹੜੀ ਪ੍ਰੋਸੈਸਿੰਗ ਹੈ ਉਹ ਕਿਸ ਤਰੀਕੇ ਨਾਲ ਹੁੰਦੀ ਹੈ। ਅਗਲਾ ਜਿਹੜਾ ਸਵਾਲ ਇੱਥੋਂ ਕਈ ਵਾਰ ਪੁੱਛ ਲਿਆ ਜਾਂਦਾ ਜੀ, ਉਹ ਹੈਗਾ ਕਿ ਐਨਾਟਮੀ ਹੈ ਜਿਹੜੀ, ਇਹਦੀਆਂ ਕੁਝ ਟਾਈਪਸ ਨੇ। ਜਿਵੇਂ ਐਨਾਟਮੀ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅਸੀਂ ਹਿਊਮਨ ਐਨਾਟਮੀ ਬਾਰੇ ਪੜ੍ਹ ਸਕਦੇ ਹਾਂ, ਜਿਹਦੇ ਵਿੱਚ ਅਸੀਂ ਕੰਪਲੀਟ ਹਿਊਮਨ ਦੀ ਸਟੱਡੀ ਕਰਦੇ ਹਾਂ। ਤਾਂ ਦੂਸਰਾ ਅਸੀਂ ਕੰਪੈਰੇਟਿਵ ਐਨਾਟਮੀ ਪੜ੍ਹ ਸਕਦੇ ਹਾਂ। ਕੰਪੈਰੇਟਿਵ ਐਨਾਟਮੀ ਹੈ ਜਿਹੜੀ, ਇਹਦਾ ਮਤਲਬ ਹੈਗਾ ਕਿ ਜਦੋਂ ਤੁਸੀਂ, ਜਿਵੇਂ ਮੋਸਟ ਆਫ ਦਾ ਐਕਸਪੈਰੀਮੈਂਟ ਨੇ ਜਿਹੜੇ,
ਜਦੋਂ ਅਸੀਂ ਇਨਸਾਨਾਂ ਨੂੰ ਕੋਈ ਵੀ ਦਵਾਈ ਤਿਆਰ ਕਰਦੇ ਇਨਸਾਨਾਂ ਦੇ ਲਈ, ਤਾਂ ਸਭ ਤੋਂ ਪਹਿਲਾਂ ਉਹ ਕਿਸੇ ਹੋਰ ਜਾਨਵਰ ਦੇ ਉੱਪਰ ਐਕਸਪੈਰੀਮੈਂਟ ਕੀਤੇ ਜਾਂਦੇ ਆ। ਚੂਹਿਆਂ ਦੇ ਉੱਪਰ ਕੀਤੇ ਜਾਂਦੀ ਹੈ, ਖਰਗੋਸ਼ਾਂ ਦੇ ਉੱਪਰ ਕੀਤੀ ਜਾਂਦੀ ਹੈ, ਬਾਂਦਰਾਂ ਦੇ ਉੱਪਰ ਕੀਤੀ ਜਾਂਦੀ ਹੈ, ਜਿਨ੍ਹਾਂ ਦਾ DNA ਕਾਫੀ ਹੱਦ ਤੱਕ ਸਾਡੇ ਨਾਲ ਮਿਲਦਾ ਹੈ। ਤਾਂ ਉਹ ਸਾਨੂੰ ਪਤਾ ਕਿੱਥੋਂ ਲੱਗਦਾ? ਉਹ ਪਤਾ ਸਾਨੂੰ ਲੱਗਦਾ ਹੈ ਕੰਪੈਰੀਟਿਵ ਐਨਾਟਮੀ ਤੋਂ। ਜਦੋਂ ਅਸੀਂ ਕੰਪੈਰੀਜ਼ਨ ਕਰਕੇ ਦੇਖਦੇ ਹਾਂ ਕਿ ਇੱਕ ਹਿਊਮਨ ਤੇ ਇੱਕ ਬਾਂਦਰ ਦੇ ਵਿੱਚ ਕਿੰਨੇ ਡਿਫਰੈਂਸ ਨੇ ਤੇ ਕਿੰਨੀਆਂ ਸਿਮਿਲੈਰਿਟੀਜ਼ ਨੇ, ਤਾਂ ਸਾਨੂੰ ਪਤਾ ਲੱਗਦਾ ਕਿ ਕਿਹੜੀਆਂ ਚੀਜ਼ਾਂ ਉਹਨਾਂ ਵਾਲੀਆਂ ਮਨੁੱਖਾਂ ਦੇ ਉੱਪਰ ਐਪਲੀਕੇਬਲ ਹੋ ਸਕਦੀਆਂ ਨੇ, ਕਿਹੜੀਆਂ ਐਪਲੀਕੇਬਲ ਨਹੀਂ ਹੋ ਸਕਦੀਆਂ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਜੀ ਮਾਕਰੋ, ਤੇ ਜਾਂ ਫਿਰ ਇਹਨੂੰ ਅਸੀਂ ਕਹਿ ਦਿੰਦੇ ਹਾਂ ਗ੍ਰੌਸ ਐਨਾਟਮੀ। ਤਾਂ ਇਹ ਗ੍ਰੌਸ ਐਨਾਟਮੀ ਸਿੰਪਲ ਹੈ ਕਿ ਮੈਂ ਕਹਿ ਸਕਦਾ ਅੱਖਾਂ ਨਾਲ ਦੇਖ ਕੇ ਕਿਹਾ ਕਿ ਤੁਹਾਡੇ 2 ਹੱਥ ਹੈਗੇ ਨੇ, ਸਾਡੇ 10 ਉਂਗਲਾਂ ਹੈਗੀਆਂ ਨੇ, 2 ਅੱਖਾਂ ਹੈਗੀਆਂ ਨੇ, 2 ਕੰਨ ਹੈਗੇ ਨੇ। ਜਿਹੜੀਆਂ ਚੀਜ਼ਾਂ ਨੂੰ ਅਸੀਂ ਨੰਗੀ ਅੱਖ ਨਾਲ ਦੇਖ ਸਕਦੇ ਹਾਂ ਉਹਨੂੰ ਅਸੀਂ ਬੋਲਦੇ ਹਾਂ ਮਾਕਰੋ ਐਨਾਟਮੀ। ਅੱਗੇ ਸਾਡੇ ਕੋਲ ਆ ਜਾਂਦੀ ਹੈ ਜੀ ਮਾਈਕਰੋ ਐਨਾਟਮੀ। ਮਾਈਕਰੋ ਐਨਾਟਮੀ ਦਾ ਮਤਲਬ ਹੈ ਜਿਹੜੀਆਂ ਚੀਜ਼ਾਂ ਤੁਸੀਂ ਮਾਈਕਰੋਸਕੋਪ ਦੀ ਸਹਾਇਤਾ ਦੇ ਨਾਲ ਦੇਖ ਸਕਦੇ ਹੋ, ਉਹਨੂੰ ਅਸੀਂ ਕੀ ਕਹਿੰਦੇ ਆ? ਮਾਈਕਰੋ ਐਨਾਟਮੀ। ਬੇਸਿਕਲੀ 2 ਇੰਪੋਰਟੈਂਟ ਚੀਜ਼ਾਂ ਦੇ ਵਿੱਚ ਪੜ੍ਹੀਆਂ ਜਾਂਦੀਆਂ ਨੇ, ਹੋਰ ਵੀ ਬਹੁਤ ਸਾਰੀਆਂ ਹੈਗੀਆਂ, ਅਸੀਂ 2 ਦੀ ਗੱਲ ਕਰਾਂਗੇ। ਇੱਕ ਹੈਗੀ ਆ ਸਾਈਟੋਲੋਜੀ, ਦੂਸਰਾ ਹੈਗਾ ਹਿਸਟੋਲੋਜੀ। ਜਿਹੜੀ ਸਾਈਟੋਲੋਜੀ ਹੈਗੀ ਸਟੱਡੀ ਆਫ ਸੈੱਲ, ਕਿ ਜਦੋਂ ਤੁਸੀਂ ਮਾਈਕਰੋਸਕੋਪ ਦੇ ਨਾਲ ਸਾਡੇ ਸਰੀਰ ਦੇ ਸੈੱਲ ਦੀ ਸਟੱਡੀ ਕਰਦੇ ਹੋ ਉਹਨੂੰ ਅਸੀਂ ਕਹਿੰਦੇ ਆ ਸਾਈਟੋਲੋਜੀ। ਤੇ ਜਦੋਂ ਅਸੀਂ ਸਾਡੇ ਸਰੀਰ ਦੇ ਟਿਸ਼ੂਜ਼ ਦੀ ਸਟੱਡੀ ਕਰਦੇ ਹਾਂ ਮਾਈਕਰੋਸਕੋਪ ਨਾਲ ਉਹਨੂੰ ਅਸੀਂ ਕੀ ਕਹਿੰਦੇ ਆ? ਹਿਸਟੋਲੋਜੀ। ਤਾਂ ਇਹ ਕਾਹਦੇ ਅੰਡਰ ਆ ਜਾਂਦੀ ਹੈ? ਮਾਈਕਰੋ ਐਨਾਟਮੀ ਦੇ ਅੰਦਰ। ਅੱਗੇ ਆ ਜਾਂਦਾ ਹੈ ਜੀ ਪੈਥੋਲੋਜੀ। ਪੈਥੋਲੋਜੀ ਹੁੰਦਾ ਹੈ ਕਿ ਜੇਕਰ ਸਾਡੇ ਸਰੀਰ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਲੱਗ ਜਾਂਦੀ ਹੈ ਤਾਂ ਬਿਮਾਰੀ ਲੱਗਣ ਦੇ ਨਾਲ ਸਾਡੇ ਸਰੀਰ ਦੀ ਰਚਨਾ ਦੇ ਉੱਪਰ ਕੀ ਪ੍ਰਭਾਵ ਪੈਂਦਾ। ਤਾਂ ਇਸ ਤਰ੍ਹਾਂ ਦੀ ਐਨਾਟਮੀ ਨੂੰ ਅਸੀਂ ਕੀ ਕਹਿੰਦੇ ਆ? ਪੈਥੋਲੋਜੀਕਲ ਐਨਾਟਮੀ। ਕਿ ਸਾਡੇ ਸਰੀਰ ਦੇ ਨੂੰ ਜੇਕਰ ਕੋਈ ਬਿਮਾਰੀ ਲੱਗ ਜਾਂਦੀ ਹੈ, ਉਸ ਬਿਮਾਰੀ ਦੇ ਨਾਲ ਸਾਡੇ ਸਰੀਰ ਦੀ ਰਚਨਾ ਦੇ ਵਿੱਚ ਕੀ ਅੰਤਰ ਆਉਂਦਾ ਹੈ, ਇਸ ਤਰ੍ਹਾਂ ਨੂੰ ਅਸੀਂ ਕੀ ਕਹਿੰਦੇ ਆ? ਪੈਥੋਲੋਜੀਕਲ ਐਨਾਟਮੀ। ਅੱਗੇ ਗੱਲ ਕਰ ਲਈਏ ਜੀ ਡਿਵੈਲਪਮੈਂਟਲ ਐਨਾਟਮੀ ਹੁੰਦੀ ਹੈ। ਡਿਵੈਲਪਮੈਂਟਲ ਐਨਾਟਮੀ ਕਿਹੜੀ ਹੁੰਦੀ ਹੈ? ਕਿ ਅਸੀਂ ਜਦੋਂ ਜਨਮ ਲੈਂਦੇ ਹਾਂ ਬਹੁਤ ਛੋਟੇ ਹੁੰਦੇ ਹਾਂ, ਹੌਲੀ ਹੌਲੀ ਅਸੀਂ ਵੱਡੇ ਹੋਈ ਜਾਂਦੇ ਹਾਂ। ਅਸੀਂ ਸਕੈਲੇਟਲ ਸਿਸਟਮ 'ਚ ਪੜ੍ਹਿਆ ਸੀਗਾ ਕਿ ਜਨਮ ਸਮੇਂ ਸਾਡੇ 'ਚ 270 ਤੋਂ 300 ਤੱਕ ਹੱਡੀਆਂ ਹੁੰਦੀਆਂ ਨੇ, ਪਰ ਜਿਵੇਂ ਜਿਵੇਂ ਅਸੀਂ ਵੱਡੇ ਹੋਈ ਜਾਂਦੇ ਹਾਂ ਤਾਂ ਹੱਡੀਆਂ ਦੀ ਜਿਹੜੀ ਗਿਣਤੀ ਹੈ ਉਹ ਘਟ ਜਾਂਦੀ ਹੈ, ਕਿਉਂਕਿ ਕੁਝ ਹੱਡੀਆਂ ਜਿਹੜੀਆਂ ਫਿਊਜ਼ ਹੋ ਜਾਂਦੀਆਂ ਨੇ, ਉਹਨਾਂ ਦੀ ਗਿਣਤੀ ਘਟ ਕੇ 206 ਤੱਕ ਆ ਜਾਂਦੀ ਹੈ। ਤਾਂ ਡਿਵੈਲਪਮੈਂਟਲ ਦਾ ਮਤਲਬ ਕੀ ਹੈ? ਕਿ ਜਦੋਂ ਅਸੀਂ ਬੱਚੇ ਤੋਂ ਜਵਾਨ ਤੋਂ ਬਜ਼ੁਰਗ ਹੁੰਦੇ ਹਾਂ ਤਾਂ ਉਸ ਸਮੇਂ ਦੇ ਦੌਰਾਨ ਸਾਡੇ ਸਰੀਰ ਦੇ ਵਿੱਚ ਕਿਹੜੇ ਕਿਹੜੇ ਬਦਲਾਅ ਆਉਂਦੇ ਨੇ ਉਹ ਅਸੀਂ ਕੀ ਕਹਿੰਦੇ ਆ? ਡਿਵੈਲਪਮੈਂਟਲ ਐਨਾਟਮੀ। ਇਸ ਤੋਂ ਬਿਨਾਂ ਇੱਕ ਰੇਡੀਓਗ੍ਰਾਫਿਕ ਐਨਾਟਮੀ ਵੀ ਹੁੰਦੀ ਹੈ। ਰੇਡੀਓਗ੍ਰਾਫਿਕ ਐਨਾਟਮੀ ਹੁੰਦੀ ਹੈ ਕਿ ਜਦੋਂ ਸਾਡੇ ਕੋਈ ਸੱਟ ਲੱਗ ਜਾਂਦੀ ਹੈ, ਅਸੀਂ ਐਕਸ-ਰੇ ਕਰਾਉਣੇ ਆ, ਅਸੀਂ MRI ਕਰਾਉਣੇ ਆ, ਅਸੀਂ CT ਸਕੈਨ ਕਰਾਉਣੇ ਆ, ਤਾਂ ਜਦੋਂ ਅਸੀਂ ਟੈਕਨੋਲੋਜੀ ਦੀ ਸਹਾਇਤਾ ਦੇ ਨਾਲ ਸਾਡੇ ਸਰੀਰ ਦੇ ਅੰਦਰ ਦੇਖਦੇ ਹਾਂ ਤਾਂ ਅਸੀਂ ਉਹਨੂੰ ਕੀ ਬੋਲਦੇ ਹਾਂ? ਰੇਡੀਓਗ੍ਰਾਫਿਕ। ਯਾਨੀ ਕਿ ਰੇਡੀਏਸ਼ਨ ਦੇ ਥਰੂ ਸਾਡੇ ਸਰੀਰ ਦੇ ਅੰਦਰਲੇ ਅੰਗਾਂ ਨੂੰ ਦੇਖਣਾ, ਬਿਨਾਂ ਚੀਰ-ਫਾੜ ਕੀਤੇ ਅਸੀਂ ਐਕਸ-ਰੇ ਦੇ ਰਾਹੀਂ ਦੇਖ ਲੈਂਦੇ ਹਾਂ ਕਿ ਹੱਡੀ ਟੁੱਟੀ ਹੋਈ ਹੈ ਤੇ ਜਾਂ ਫਿਰ ਨਹੀਂ ਟੁੱਟੀ ਹੋਈ। ਇਸ ਤਰ੍ਹਾਂ ਦੀ ਐਨਾਟਮੀ ਨੂੰ ਅਸੀਂ ਕੀ ਕਹਿੰਦੇ ਹਾਂ? ਰੇਡੀਓਗ੍ਰਾਫਿਕ ਐਨਾਟਮੀ। ਤਾਂ ਇਹ ਸਾਰੀਆਂ ਹੈਗੀਆਂ ਨੇ, ਹੋਰ ਬਹੁਤ ਸਾਰੀਆਂ ਬ੍ਰਾਂਚਿਸ ਨੇ ਜਿਹੜੀਆਂ ਤੁਸੀਂ ਆਪਣੇ ਕੋਲੋਂ ਬਣਾ ਸਕਦੇ ਹੋ, ਜਿਸ ਤਰ੍ਹਾਂ ਦੀ ਵੀ ਬਣਾਉਣੀ ਚਾਹੋ। ਤਾਂ ਇਹ ਮੇਨ ਹੈਗੀਆਂ ਨੇ ਕਿ ਐਨਾਟਮੀ ਦੇ ਵਿੱਚ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਪੜ੍ਹ ਸਕਦੇ ਹਾਂ। ਹੁਣ ਦੂਸਰੇ ਪਾਸੇ ਗੱਲ ਕਰਦੇ ਹਾਂ ਜੀ ਅਸੀਂ ਫਿਜ਼ੀਓਲੋਜੀ ਦੀ। ਤਾਂ ਜੇਕਰ ਅਸੀਂ ਗੱਲ ਕਰਨੀ ਹੋਵੇ ਫਿਜ਼ੀਓਲੋਜੀ ਦੀ, ਤਾਂ ਫਿਜ਼ੀਓਲੋਜੀ ਦੇ ਵਿੱਚ ਅਸੀਂ ਨੇ ਕੀ ਪੜ੍ਹਨਾ ਹੈ ਜੀ? ਫਿਜ਼ੀਓਲੋਜੀ ਦੇ ਵਿੱਚ ਬੇਸਿਕ ਚੀਜ਼ ਜਿਹੜੀ ਅਸੀਂ ਨੇ ਪੜ੍ਹਨੀ ਹੈ ਉਹ ਪੜ੍ਹਨੀ ਹੈ ਕਿ ਨੈਚੁਰਲ ਪ੍ਰੋਸੈਸਿਸ ਕੀ ਨੇ ਸਾਡੇ ਸਰੀਰ ਦੇ ਅੰਦਰ ਜਿਹੜੀਆਂ ਕੰਮ ਕਰ ਰਹੀਆਂ ਨੇ। ਤਾਂ ਸਾਡੇ ਸਰੀਰ ਦੇ ਅੰਦਰ ਜਿੰਨੇ ਵੀ ਕੰਮ ਹੋ ਰਹੇ ਨੇ ਉਹ ਇੱਕ ਸਿਸਟਮ ਦੇ ਥਰੂ ਹੋ ਰਹੇ ਨੇ, ਡਾਇਰੈਕਟ ਨਹੀਂ ਹੋ ਰਹੇ। ਤਾਂ ਸਾਡੇ ਸਿਸਟਮ ਨੇ ਜਿਹੜੇ, ਸਿਸਟਮ ਦਾ ਮਤਲਬ ਸਾਡੇ ਸਰੀਰ ਦੇ ਅੰਗ ਨੇ ਜਿਹੜੇ ਉਹ ਇਕੱਠੇ ਹੋ ਕੇ ਇੱਕ ਖਾਸ ਤਰ੍ਹਾਂ ਦਾ ਕੰਮ ਕਰ ਰਹੇ ਨੇ। ਤਾਂ ਜੇਕਰ ਅਸੀਂ ਫਿਜ਼ੀਓਲੋਜੀ ਦੀ ਸਟੱਡੀ ਕਰਨੀ ਹੈ ਤਾਂ ਇਹਦੇ ਵਿੱਚ ਅਸੀਂ ਕਾਹਦੀ ਸਟੱਡੀ ਕਰਦੇ ਹਾਂ ਜੀ? ਸਿਸਟਮਸ ਦੀ ਸਟੱਡੀ ਕਰਦੇ ਹਾਂ ਕਿ ਹਿਊਮਨ ਬੋਡੀ ਦੇ ਅੰਦਰ ਕਿਹੜੇ ਕਿਹੜੇ ਸਿਸਟਮ ਨੇ ਜਿਹੜੇ ਉਹ ਕੰਮ ਕਰ ਰਹੇ ਨੇ। ਤਾਂ ਜੇਕਰ ਅਸੀਂ ਸਭ ਤੋਂ ਇੰਪੋਰਟੈਂਟ ਗੱਲ ਕਰੀਏ ਜੀ, ਜੇਕਰ ਅਸੀਂ ਇਸ ਤਰੀਕੇ ਨਾਲ ਬਿਲਕੁਲ ਸਿੱਧੇ ਖੜੇ ਹਾਂ 2 ਪੈਰਾਂ ਤੇ, ਤਾਂ ਕਿਤੇ ਨਾ ਕਿਤੇ ਇਹਦੇ 'ਚ ਵੱਡਾ ਰੋਲ ਕਾਹਦਾ? ਸਾਡਾ ਸਕੈਲੇਟਲ ਸਿਸਟਮ ਦਾ। ਤਾਂ ਵੱਡਾ ਰੋਲ ਕਿਹਦਾ? ਜਿਹਦੇ 'ਚ ਸਾਡੇ ਸਕੈਲੇਟਲ ਸਿਸਟਮ ਦਾ ਇੱਕ ਵੱਡਾ ਰੋਲ ਹੈ। ਹੁਣ ਤਾਂ ਜੇਕਰ ਅਸੀਂ ਫਿਜ਼ੀਓਲੋਜੀ ਪੜ੍ਹਨੀ ਹੈ ਤਾਂ ਅਸੀਂ ਕਿਹਨੂੰ ਪੜ੍ਹਾਂਗੇ ਜੀ? ਸਕੈਲੇਟਲ ਸਿਸਟਮ ਨੂੰ ਪੜ੍ਹਾਂਗੇ, ਮਸਕੂਲਰ ਸਿਸਟਮ ਨੂੰ ਪੜ੍ਹਾਂਗੇ,
ਤੇ ਸਿਸਟਮ ਵੀ ਨੋਟ ਕਰ ਲਿਓ ਕਿਹੜੇ ਸਿਸਟਮ ਸਾਡੀ ਬੋਡੀ 'ਚ ਪਾਏ ਜਾਂਦੇ ਨੇ। ਇਸੇ ਤਰੀਕੇ ਨਾਲ ਜੀ ਅਸੀਂ ਸਰਕੂਲੇਟਰੀ ਸਿਸਟਮ ਪੜ੍ਹਾਂਗੇ। ਇਸੇ ਤਰੀਕੇ ਨਾਲ ਜੀ ਅਸੀਂ ਰੈਸਪੀਰੇਟਰੀ ਸਿਸਟਮ ਪੜ੍ਹਾਂਗੇ। ਇਸੇ ਤਰੀਕੇ ਦੇ ਨਾਲ ਜੀ ਅਸੀਂ ਡਾਈਜੈਸਟਿਵ ਸਿਸਟਮ ਪੜ੍ਹਾਂਗੇ। ਇਸੇ ਤਰੀਕੇ ਦੇ ਨਾਲ ਜੀ ਅਸੀਂ ਐਕਸਕ੍ਰੀਟਰੀ ਸਿਸਟਮ ਪੜ੍ਹਾਂਗੇ। ਇਸੇ ਤਰੀਕੇ ਦੇ ਨਾਲ ਜੀ ਅਸੀਂ ਐਂਡੋਕ੍ਰਾਈਨ ਸਿਸਟਮ ਪੜ੍ਹਾਂਗੇ। ਨਰਵਸ ਸਿਸਟਮ ਪੜ੍ਹਾਂਗੇ। ਇਮਿਊਨਿਟੀ ਸਿਸਟਮ ਪੜ੍ਹਾਂਗੇ। ਲਿੰਫੈਟਿਕ ਸਿਸਟਮ ਪੜ੍ਹਾਂਗੇ। ਇਸ ਤੋਂ ਬਾਅਦ ਜੀ ਅਸੀਂ ਇਹ ਰੇਸ ਕਰਨ ਲੱਗੇ ਇੱਧਰੋਂ ਤਾਂ ਹਿਊਮਨ ਬੋਡੀ ਦੇ ਜਿਹੜੇ ਸਿਸਟਮਸ ਨੇ ਬੇਸਿਕਲੀ ਕਈ ਜਗ੍ਹਾ ਤੇ ਘੱਟ ਦਿੱਤੇ ਹੋਣਗੇ, ਕਈ ਜਗ੍ਹਾ ਤੇ ਵੱਧ ਦਿੱਤੇ ਹੁੰਦੇ ਨੇ, ਪਰ ਅਸੀਂ 12 ਤਰ੍ਹਾਂ ਦੇ ਜਿਹੜੇ ਸਿਸਟਮ ਹੈਗੇ ਨੇ ਉਹ ਪੜ੍ਹਦੇ ਹਾਂ। 10 ਅਸੀਂ ਲਿੰਫੈਟਿਕ ਸਿਸਟਮ ਤੱਕ ਲਿਖ ਚੁੱਕੇ ਹਾਂ। 11ਵਾਂ ਸਾਡਾ ਹੈਗਾ ਜੀ ਰੀਪਰੋਡਕਟਿਵ ਸਿਸਟਮ। ਰੀਪਰੋਡਕਟਿਵ ਸਿਸਟਮ ਤੇ 12ਵਾਂ ਸਾਡਾ ਸਿਸਟਮ ਹੈਗਾ ਜੀ ਇੰਟੀਗੂਮੈਟਰੀ ਸਿਸਟਮ। ਤਾਂ ਜੇਕਰ ਤੁਸੀਂ ਕੰਪਲੀਟ ਐਨਾਟੋਮੀ ਤੇ ਫਿਜ਼ੀਓਲੋਜੀ ਪੜ੍ਹਨੀ ਹੈ, ਇਹਦੇ ਵਿੱਚ ਐਕਸਪਰਟ ਤੁਸੀਂ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਜਿੰਨੀਆਂ ਚੀਜ਼ਾਂ ਹੁਣ ਤੱਕ ਲਿਖੀਆਂ ਨੇ ਇਹਨਾਂ ਬਾਰੇ ਡਿਟੇਲ ਦੇ ਵਿੱਚ ਪਤਾ ਹੋਣਾ ਚਾਹੀਦਾ ਹੈ। ਚਾਹੇ ਤੁਸੀਂ UGC ਨੈਟ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਹੋ, ਜੇਕਰ ਇਹ ਸਾਰੇ ਟੌਪਿਕ ਐਂਡ ਸਬ ਟੌਪਿਕ ਤੁਹਾਡੇ ਡਿਟੇਲ ਦੇ ਵਿੱਚ ਕੀਤੇ ਹੋਣਗੇ ਤਾਂ ਇਹ ਤੋਂ ਬਾਹਰ ਕੋਈ ਵੀ ਸਵਾਲ ਐਨਾਟੋਮੀ ਤੇ ਫਿਜ਼ੀਓਲੋਜੀ ਦੇ ਵਿੱਚੋਂ ਪੁੱਛਿਆ ਨਹੀਂ ਜਾ ਸਕਦਾ। ਸਕੈਲੇਟਲ ਸਿਸਟਮ ਸਾਡਾ ਹੱਡੀਆਂ ਦਾ ਢਾਂਚਾ, ਸਾਡੀਆਂ ਹੱਡੀਆਂ ਬਣੀਆਂ ਕਿਸ ਤਰੀਕੇ ਨਾਲ ਹੋਈਆਂ ਨੇ ਜੀ। ਮਸਕੂਲਰ ਸਿਸਟਮ ਹੈ ਜਿਹੜਾ ਇਹ ਸਾਡੇ ਸਰੀਰ ਦੇ ਮਸਲਸ ਦੇ ਬਾਰੇ ਹੈ। ਸਰਕੂਲੇਟਰੀ ਸਿਸਟਮ ਸਾਡੇ ਸਰੀਰ ਦੇ ਵਿੱਚ ਜਿਹੜਾ ਬਲੱਡ ਹੈ ਟਰੈਵਲ ਕਰ ਰਿਹਾ, ਹਾਰਟ ਕਿਵੇਂ ਪੰਪ ਕਰ ਰਿਹਾ, ਕਿਵੇਂ ਆਰਟਰੀਜ਼ ਤੇ ਵੇਨਸ ਦੇ ਰਾਹੀਂ ਬਲੱਡ ਹੈ ਜਿਹੜਾ ਉਹ ਸਾਡੇ ਸਰੀਰ ਨੂੰ એનર્ਜੀ ਦੇ ਰਿਹਾ, ਤਾਂ ਸਰਕੂਲੇਟਰੀ ਸਿਸਟਮ ਦੇ ਵਿੱਚ ਪੜ੍ਹਦੇ ਹਾਂ। ਰੈਸਪੀਰੇਟਰੀ ਸਿਸਟਮ ਕਿਵੇਂ ਆਕਸੀਜਨ ਅੰਦਰ ਜਾ ਰਹੀ ਹੈ, ਕਿਵੇਂ ਕਾਰਬਨ ਡਾਈਆਕਸਾਈਡ ਬਾਹਰ ਆ ਰਹੀ ਹੈ। ਡਾਈਜੈਸਟਿਵ ਸਿਸਟਮ ਖਾਣਾ ਜਿਹੜਾ ਉਹ ਅਸੀਂ ਖਾ ਰਹੇ ਹਾਂ ਅੰਦਰ ਜਾ ਕੇ ਕਿਹੜੀਆਂ ਕੈਮੀਕਲ ਪ੍ਰੋਸੈਸ ਦੇ ਥਰੂ ਉਹ ਡਾਈਜੈਸਟ ਹੋ ਕੇ એનર્ਜੀ ਦਿੰਦਾ ਹੈ। ਐਕਸਕ੍ਰੀਟਰੀ ਸਿਸਟਮ ਜਿਹੜਾ ਖਾਣਾ ਖਾਂਦੇ ਹਾਂ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵੇਸਟ ਪ੍ਰੋਡਕਟ ਬਚਦਾ ਉਹਨੂੰ ਅਸੀਂ ਬਾਹਰ ਕਿਵੇਂ ਕੱਢਦੇ ਹਾਂ। ਐਂਡੋਕ੍ਰਾਈਨ ਸਿਸਟਮ ਇਹ ਹਾਰਮੋਨਲ ਸਿਸਟਮ ਹੈਗਾ ਟੋਟਲੀ ਸਾਡਾ, ਕਿ ਸਾਡੇ ਸਰੀਰ ਦੇ ਅੰਦਰ ਦੇ ਜਿਹੜੇ ਹਾਰਮੋਨ ਕਿਵੇਂ ਕੰਮ ਕਰਦੇ ਨੇ, ਕਿਹੜਾ ਹਾਰਮੋਨ ਕੀ ਕੰਮ ਕਰਦਾ ਹੈ। ਨਰਵਸ ਸਿਸਟਮ ਸਾਡੇ ਸਰੀਰ ਦਾ ਜਿਹੜਾ ਮੇਨ ਸੌਫਟਵੇਅਰ ਹੈਗਾ ਸਾਡਾ ਬ੍ਰੇਨ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ, ਬ੍ਰੇਨ ਕਿਵੇਂ ਜਿਹੜੀ ਸਾਡੀ ਸੂਖਮਣਾ ਨਾੜੀ ਹੈ ਉਹ ਤੋਂ ਕੰਮ ਕਰਵਾਉਂਦਾ ਹੈ। ਇਹ 'ਚ ਪੂਰਾ ਅਸੀਂ ਨਰਵਸ ਸਿਸਟਮ ਪੜ੍ਹਦੇ ਹਾਂ, ਚਾਹੇ ਉਹ ਸੈਂਟਰਲ ਨਰਵਸ ਸਿਸਟਮ ਹੋਵੇ ਤੇ ਚਾਹੇ ਉਹ ਪੈਰੀਫੇਰਲ ਨਰਵਸ ਸਿਸਟਮ ਹੋਵੇ। ਉਸ ਤੋਂ ਬਾਅਦ ਆ ਗਿਆ ਸਾਡਾ ਇਮਿਊਨਿਟੀ ਸਿਸਟਮ। ਤਾਂ ਸਾਡੇ ਸਰੀਰ ਨੂੰ ਜੇ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਲੱਗ ਜਾਂਦੀ ਹੈ ਤਾਂ ਉਸ ਬਿਮਾਰੀ ਨਾਲ ਅਸੀਂ ਲੜਦੇ ਕਿਸ ਤਰੀਕੇ ਦੇ ਨਾਲ ਹੈ ਜੀ। ਉਸ ਤੋਂ ਅੱਗੇ ਆ ਗਿਆ ਲਿੰਫੈਟਿਕ ਸਿਸਟਮ। ਲਿੰਫੈਟਿਕ ਸਿਸਟਮ ਹੈਗਾ ਸਾਡੇ ਅੰਦਰ ਇੱਕ ਫਲੂਇਡ, ਬੋਡੀ ਦੇ ਅੰਦਰ ਫਲੂਇਡਸ ਹੁੰਦੇ ਨੇ, ਉਹ ਸਿਸਟਮ ਆ ਗਿਆ। ਰੀਪਰੋਡਕਟਿਵ ਸਿਸਟਮ ਹੁੰਦਾ ਹੈ ਕਿ ਸਾਡੇ ਅੰਦਰ ਇੱਕ ਐਬਿਲਿਟੀ ਹੈਗੀ ਕਿ ਅਸੀਂ ਆਪਣੀ ਜਨਰੇਸ਼ਨ ਨੇ ਜਿਹੜੀਆਂ ਉਹਨੂੰ ਰੀਪਰੋਡਿਊਸ ਕਰ ਸਕਦੇ ਹਾਂ, ਇੱਕ ਸੈੱਲ ਤੋਂ 2 ਸੈੱਲ ਜਿਵੇਂ ਬਣਦੇ ਨੇ। ਇੰਟੀਗੂਮੈਟਰੀ ਸਿਸਟਮ ਹੁੰਦਾ ਸਾਡੇ ਸਰੀਰ ਦੀ ਜਿਹੜੀ ਚਮੜੀ ਹੈ, ਚਮੜੀ ਵਾਲਾ ਸਿਸਟਮ, ਕਿ ਸਾਡੇ ਸਰੀਰ ਦੀ ਚਮੜੀ ਹੈ ਜਿਹੜੀ ਉਹ ਕਿਸ ਤਰੀਕੇ ਨਾਲ ਬਣੀ ਹੋਈ ਹੈ, ਕਿਹੜੇ ਇਹ ਕੰਮ ਕਰਦੀ ਹੈ। ਤਾਂ ਬੇਸਿਕਲੀ ਇਹ ਚੀਜ਼ਾਂ ਹੈਗੀਆਂ ਸੀ ਐਨਾਟੋਮੀ ਐਂਡ ਫਿਜ਼ੀਓਲੋਜੀ ਬਾਰੇ। ਐਨਾਟੋਮੀ ਤੇ ਫਿਜ਼ੀਓਲੋਜੀ ਜਿਹੜੀ ਕਿ ਕਿਹਦੀ ਬ੍ਰਾਂਚ ਹੈ ਜੀ, ਇਹ ਬ੍ਰਾਂਚ ਹੈਗੀ ਆ ਬਾਇਓਲੋਜੀ ਦੀ। ਬਾਇਓਲੋਜੀ ਦੇ ਫਾਦਰ ਕੌਣ ਨੇ, ਉਹ ਹੈਗੇ ਨੇ ਐਰਿਸਟੋਟਲ। ਬਾਇਓਲੋਜੀ ਕਿਹਦੇ ਵਿੱਚੋਂ ਨਿਕਲੀ ਹੈ ਜੀ, ਕੈਮਿਸਟਰੀ ਦੇ ਵਿੱਚੋਂ। ਕੈਮਿਸਟਰੀ ਕਿਹਦੇ ਵਿੱਚੋਂ ਨਿਕਲੀ ਹੈ, ਫਿਜ਼ਿਕਸ ਦੇ ਵਿੱਚੋਂ ਨਿਕਲੀ ਹੈ। ਤਾਂ ਬੇਸਿਕਲੀ ਜੇ ਇੱਕ ਛੋਟੀ ਜਿਹੀ ਚੀਜ਼ ਹੋਰ ਦੇਖਣੀ ਹੋਵੇ ਅਸੀਂ ਨੇ ਤਾਂ ਇੱਕ ਹੋਰ ਦੇਖ ਲਈ ਅਸੀਂ ਕਿ ਕੰਪੋਜੀਸ਼ਨ ਸਾਡੀ ਕੀ ਹੈ। ਕੰਪੋਜੀਸ਼ਨ ਕੀ ਹੈ ਹਿਊਮਨ ਬੋਡੀ ਦੀ। ਤਾਂ ਸਭ ਤੋਂ ਜੇਕਰ ਯੂਨੀਵਰਸ ਦੇ ਛੋਟੇ ਚੀਜ਼ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਛੋਟੀ ਚੀਜ਼ ਯੂਨੀਵਰਸ ਦੇ ਵਿੱਚ ਜਿਹੜੀ ਪਾਈ ਜਾਂਦੀ ਹੈ ਉਹ ਹੈਗਾ ਐਟਮ। ਐਟਮ ਯੂਨੀਵਰਸ ਦਾ ਸਭ ਤੋਂ ਛੋਟਾ ਇੱਕ ਕੰਪੋਨੈਂਟ ਹੈਗਾ। ਐਟਮ ਦਾ ਮਤਲਬ ਹੁੰਦਾ ਹੈ ਅਨਡਿਵਾਈਡੇਬਲ, ਜਿਹਨੂੰ ਅਸੀਂ ਅੱਗੇ ਹੋਰ ਨਹੀਂ ਬਣ ਸਕਦੇ, ਉਹਨੂੰ ਅਸੀਂ ਕੀ ਕਹਿੰਦੇ ਆ, ਐਟਮ ਕਹਿੰਦੇ ਆ। ਜਦੋਂ ਕੁਝ ਐਟਮ ਇਕੱਠੇ ਹੁੰਦੇ ਨੇ ਤਾਂ ਕੀ ਤਿਆਰ ਹੁੰਦਾ ਜੀ, ਤਾਂ ਮੋਲੀਕਿਊਲ ਤਿਆਰ ਹੁੰਦਾ।
ਜਿਵੇਂ ਜੇਕਰ ਅਸੀਂ ਇਕੱਲੇ H ਦੀ ਗੱਲ ਕਰੀਏ ਤਾਂ ਇਕੱਲਾ H ਐਟਮ ਹੈ, ਜੇਕਰ ਅਸੀਂ O2 ਦੀ ਗੱਲ ਕਰੀਏ O2 ਵੀ ਇੱਕ ਐਟਮ ਹੈ। ਤੇ ਜਦੋਂ ਅਸੀਂ ਆਕਸੀਜਨ ਤੇ ਹਾਈਡਰੋਜਨ ਨੂੰ ਮਿਲਾ ਦਿੰਦੇ ਹਾਂ ਤਾਂ ਸਾਡੇ ਕੋਲੇ ਕੀ ਬਣ ਜਾਂਦਾ ਹੈ, ਪਾਣੀ ਬਣ ਜਾਂਦਾ ਹੈ, ਜਿਹਨੂੰ ਅਸੀਂ ਮੋਲੀਕਿਊਲ ਕਹਿੰਦੇ ਹਾਂ। ਤਾਂ ਮੋਲੀਕਿਊਲ ਤੋਂ ਅੱਗੇ ਜੀ ਸਾਡਾ ਸੈੱਲ ਬਣਦਾ ਹੈ, ਸੈੱਲ ਤੋਂ ਅੱਗੇ ਸਾਡੇ ਟਿਸ਼ੂਜ਼ ਬਣਦੇ ਨੇ, ਟਿਸ਼ੂਜ਼ ਤੋਂ ਸਾਡੇ ਆਰਗਨ ਬਣਦੇ ਨੇ, ਆਰਗਨ ਤੋਂ ਸਾਡੇ ਸਿਸਟਮ ਬਣਦੇ ਨੇ, ਸਿਸਟਮ ਤੋਂ ਅੱਗੇ ਜੀ ਸਾਡਾ ਕੰਪਲੀਟ ਹਿਊਮਨ ਬਾਡੀ ਹੈ ਜਿਹੜੀ ਉਹ ਤਿਆਰ ਹੁੰਦੀ ਹੈ, ਜਿਹਨੂੰ ਅਸੀਂ ਆਰਗੇਨਿਜ਼ਮ ਵੀ ਕਹਿੰਦੇ ਨੇ। ਤਾਂ ਇੱਕ ਪ੍ਰੋਸੈਸ ਹੈਗਾ, ਇਹਦੇ ਵਿੱਚੋਂ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਸਾਡੇ ਕੋਲ ਹੈਗੀ ਹੈ ਜੀ ਉਹ ਕੀ ਹੈ, ਸੈੱਲ। ਸੈੱਲ ਜਿਹਨੂੰ ਅਸੀਂ ਬੇਸਿਕ ਯੂਨਿਟ ਕਹਿ ਦਿੰਦੇ ਹਾਂ ਸਾਡੀ ਲਾਈਫ ਦੀ, ਬੇਸਿਕ ਯੂਨਿਟ ਕਹਿ ਦਿੰਦੇ ਹਾਂ, ਸਟਰਕਚਰਲ ਵੀ ਤੇ ਫੰਕਸ਼ਨਲ ਵੀ। ਕਿਉਂ ਕਹਿੰਦੇ ਆ, ਕਿਉਂਕਿ ਜਿਹੜੇ ਕੰਮ ਇੱਕ ਪੂਰਾ ਸਰੀਰ ਕਰਦਾ ਹੈ ਉਹੀ ਸਾਰੇ ਕੰਮ ਇੱਕ ਛੋਟੇ ਜਿਹੇ ਸੈੱਲ ਦੇ ਵਿੱਚ ਵੀ ਪੋਸੀਬਲ ਨੇ, ਛੋਟੇ ਜਿਹੇ ਸੈੱਲ ਦੇ ਵਿੱਚ ਵੀ ਉਹ ਸਾਰੇ ਹੋ ਜਾਂਦੇ ਨੇ। ਐਟਮ ਬਾਰੇ ਸਾਨੂੰ ਪਹਿਲੀ ਵਾਰ ਡੈਮੋਕ੍ਰੈਟਸ ਨੇ ਦੱਸਿਆ ਸੀ, ਇਹ ਵੀ ਗ੍ਰੀਕ ਦੇ ਇੱਕ ਫਿਲਾਸਫਰ ਸੀਗੇ ਜਿਨ੍ਹਾਂ ਨੇ ਆਖਿਆ ਸੀਗਾ ਕਿ ਪੂਰੇ ਦਾ ਪੂਰਾ ਯੂਨੀਵਰਸ ਹੈ ਜਿਹੜਾ ਉਹ ਛੋਟੇ ਛੋਟੇ ਐਟਮਸ ਤੋਂ ਮਿਲ ਕੇ ਬਣਿਆ ਹੋਇਆ। ਫਰਦਰ ਇਹਦੇ ਵਿੱਚ ਜਦੋਂ ਲਗਭਗ ਮਾਡਰਨ ਟਾਈਮ ਦੇ ਵਿੱਚ ਜਿਹੜੀ ਚੀਜ਼ ਲੱਭੀ ਗਈ, ਇਹਦੇ ਵਿੱਚ ਇਲੈਕਟ੍ਰੋਨ, ਨਿਊਟਰੋਨ ਤੇ ਪ੍ਰੋਟੋਨ ਲੱਭੇ ਗਏ ਕਿ ਐਟਮ ਦੇ ਵਿੱਚ ਪਾਏ ਜਾਂਦੇ ਨੇ, ਪਰ ਉਹਨਾਂ ਦੀ ਇਕੱਲਿਆਂ ਦੀ ਹੋਂਦ ਨਹੀਂ, ਉਹ ਐਟਮ ਦੇ ਨਾਲ ਮਿਲ ਕੇ ਕੰਮ ਕਰਦੇ ਨੇ, ਮੋਲੀਕਿਊਲਸ ਬਣਦੇ ਨੇ। ਪਰ ਸਾਡਾ ਜਿਹੜਾ ਜਦੋਂ ਅਸੀਂ ਹਿਊਮਨ ਬੋਡੀ ਪੜ੍ਹਦੇ ਹਾਂ ਤਾਂ ਸਾਡਾ ਕੰਮ ਸ਼ੁਰੂ ਹੁੰਦਾ ਸੈੱਲ ਤੋਂ। ਤਾਂ ਸਾਡਾ ਕੰਮ ਕਿਹਤੋਂ ਸ਼ੁਰੂ ਹੁੰਦਾ ਜੀ, ਸਾਡਾ ਕੰਮ ਸ਼ੁਰੂ ਹੁੰਦਾ ਸੈੱਲ ਤੋਂ। ਇੱਕੋ ਜਿਹੇ ਜਦੋਂ ਸੈੱਲ ਇਕੱਠੇ ਹੁੰਦੇ ਨੇ ਤਾਂ ਟਿਸ਼ੂ ਬਣਦੇ ਨੇ, ਜਦੋਂ ਇੱਕੋ ਜਿਹੇ ਟਿਸ਼ੂ ਇਕੱਠੇ ਹੁੰਦੇ ਨੇ ਤਾਂ ਆਰਗਨ ਬਣਦੇ ਨੇ, ਆਰਗਨ ਇਕੱਠੇ ਹੋ ਕੇ ਇੱਕ ਸਿਸਟਮ ਨੂੰ ਫਾਰਮ ਕਰਦੇ ਨੇ, ਤੇ ਫਿਰ ਸਿਸਟਮ ਹੈ ਜਿਹੜਾ ਉਹ ਸਾਡੀ ਪੂਰੀ ਹਿਊਮਨ ਬੋਡੀ ਹੈ ਜਿਹੜੀ ਉਹਨੂੰ ਤਿਆਰ ਕਰਦਾ ਹੈ। ਤਾਂ ਦੋਸਤੋ ਇਹ ਸੀਗਾ ਅੱਜ ਥੋੜਾ ਜਿਹਾ ਲੈਕਚਰ ਜਿਹਦੇ ਵਿੱਚ ਅਸੀਂ ਬਰੀਫ ਇੰਟਰੋਡਕਸ਼ਨ ਦਿੱਤੀ ਹੈ ਕਿ ਐਨਾਟਮੀ ਕੀ ਚੀਜ਼ ਹੈ, ਫਿਜ਼ੀਓਲੋਜੀ ਕੀ ਚੀਜ਼ ਹੈ। ਤਾਂ ਇਹਦੇ ਵਿੱਚੋਂ ਜਿਹੜੀਆਂ ਅਗਲੀਆਂ ਚੀਜ਼ਾਂ ਅਸੀਂ ਪੜ੍ਹਨੀਆਂ ਨੇ ਉਹ ਪੜ੍ਹਨੀਆਂ ਨੇ ਕਿ ਸੈੱਲ ਕਿਵੇਂ ਬਣਿਆ ਹੋਇਆ, ਸੈੱਲ ਦੇ ਵਿੱਚ ਕੀ ਕੁਝ ਹੁੰਦਾ ਹੈ, ਟਿਸ਼ੂ ਕੀ ਹੁੰਦੇ ਨੇ, ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਕੀ ਕੁਝ ਹੁੰਦਾ ਹੈ। ਆਰਗਨ ਬਾਰੇ ਅਸੀਂ ਕੁਝ ਜ਼ਿਆਦਾ ਨਹੀਂ ਪੜਾਂਗੇ। ਉਸ ਤੋਂ ਬਾਅਦ ਅਸੀਂ ਜਿਹੜੇ ਸਿਸਟਮ ਲੈ ਕੇ ਅਸੀਂ 12 ਦੇ 12 ਉਹ ਪੂਰੇ ਸਿਸਟਮ ਕੰਪਲੀਟ ਕਰਨੇ ਨੇ। ਇਸ ਤੋਂ ਬਾਅਦ ਤੁਹਾਡਾ ਜਿਹੜਾ ਪੂਰਾ ਐਨਾਟਮੀ ਤੇ ਫਿਜ਼ੀਓਲੋਜੀ ਸਬਜੈਕਟ ਹੈ ਉਹ ਕੰਪਲੀਟ ਹੋਊਗਾ। ਤਾਂ ਦੋਸਤੋ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ।